ਪਿਆਰੇ ਵਿਦਿਆਰਥੀਓ, ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਤੁਹਾਡਾ ਆਪਣਾ ਪੰਕਜ ਗੋਇਲ, ਸਮਾਜਿਕ ਸਿੱਖਿਆ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ। ਸੋ ਪਿਆਰੇ ਬੱਚਿਓ, ਅੱਜ ਆਪਾਂ 6ਵੀਂ ਜਮਾਤ ਦਾ ਇਤਿਹਾਸ ਵਿੱਚੋਂ ਪਾਠ 13 ਮੌਰਿਆ ਅਤੇ ਸ਼ੁੰਗ ਕਾਲ ਬਾਰੇ ਪੜ੍ਹਾਂਗੇ। ਬੇਟਾ, ਇਸ ਦਾ ਆਪਾਂ ਪਾਠ 1 ਪੜ੍ਹ ਚੁੱਕੇ ਹਾਂ। ਅੱਜ ਭਾਗ ਦੂਜਾ ਪੜ੍ਹਾਂਗੇ ਅਤੇ ਇਸ ਚੈਪਟਰ ਨੂੰ ਆਪਾਂ ਅੱਜ ਮੁਕੰਮਲ ਕਰਾਂਗੇ। ਸੋ ਆਓ ਆਪਾਂ ਸ਼ੁਰੂ ਕਰਦੇ ਹਾਂ। ਮੌਰਿਆ ਅਤੇ ਸ਼ੁੰਗ ਕਾਲ ਭਾਗ ਦੂਸਰਾ। ਅਕਾਲੀ ਸਾਮਰਾਜ ਰਿਹਾ ਸੀ। ਉਸ ਦੇ ਵਿੱਚ ਅਸ਼ੋਕ ਦੇ ਧਰਮ ਬਾਰੇ ਪੜ੍ਹਿਆ ਸੀ। ਮੌਰਿਆ ਅਤੇ ਯੂਨਾਨੀਆਂ ਦੇ ਸੰਬੰਧਾਂ ਬਾਰੇ ਪੜ੍ਹ ਚੁੱਕੇ ਹਾਂ। ਆਪਾਂ ਦੇਖਿਆ ਸੀ ਵੀ ਮੌਰਿਆ ਵੰਸ਼ ਦੀ ਸਥਾਪਨਾ ਚੰਦਰਗੁਪਤ ਮੌਰਿਆ ਨੇ ਕੀਤੀ। ਉਸ ਤੋਂ ਬਾਅਦ ਉਸ ਦਾ ਪੁੱਤਰ ਬਿੰਦੂਸਾਰ ਰਾਜਾ ਬਣਿਆ ਅਤੇ ਫਿਰ ਉਸ ਦਾ ਪੁੱਤਰ ਅਸ਼ੋਕ, ਜਿਹਨੂੰ ਅਸੀਂ ਅਸ਼ੋਕ ਮਹਾਨ ਚੱਕਰਵਰਤੀ ਸਮਰਾਟ ਅਸ਼ੋਕ ਬਣਿਆ। ਸੋ ਅੱਜ ਦੇ ਇਸ ਭਾਗ ਦੇ ਵਿੱਚ ਬੇਟਾ ਆਪਾਂ ਮੌਰਿਆ ਸਾਮਰਾਜ ਦੇ ਰਾਜਨੀਤਿਕ, ਸਮਾਜਿਕ ਅਤੇ ਉਸ ਦੇ ਵਿੱਤੀ ਹਾਲਾਤਾਂ ਬਾਰੇ ਅਤੇ ਉਸ ਸਮੇਂ ਜੋ ਉਹਨਾਂ ਨੇ ਕਲਾ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਸੀ ਮੌਰਿਆ ਦਾ, ਉਹਦੇ ਬਾਰੇ ਪੜ੍ਹਾਂਗੇ। ਸੋ ਆਪਾਂ ਸ਼ੁਰੂ ਕਰਦੇ ਹਾਂ। ਮੌਰਿਆ ਰਾਜ ਪ੍ਰਬੰਧ। ਚੰਦਰਗੁਪਤ ਮੌਰਿਆ ਉਸਦੇ ਗੁਰੂ ਬੈਠੇ ਨੇ, ਮੰਤਰੀ ਬੈਠੇ ਨੇ। ਸੋ ਮੌਰਿਆ ਰਾਜਵੰਸ਼ ਦੇ ਵਿੱਚ ਜਾਂ ਰਾਜ ਪ੍ਰਬੰਧ ਦੇ ਵਿੱਚ ਮੌਰਿਆ ਰਾਜ ਪ੍ਰਬੰਧ ਇੱਕ ਬਹੁਤ ਹੀ ਵਿਸ਼ਾਲ ਅਤੇ ਚੰਗਾ ਰਾਜ ਪ੍ਰਬੰਧ ਸੀ। ਭਾਰਤ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਰਾਜ ਪ੍ਰਬੰਧ ਹੋਰ ਨਹੀਂ ਦੇਖਿਆ ਗਿਆ। ਬੇਟਾ, ਇੰਡੀਅਨ ਹਿਸਟਰੀ ਦੇ ਵਿੱਚ ਜਿਹੜਾ ਵਧੀਆ ਤੋਂ ਵਧੀਆ ਆਪਣਾ ਸਾਮਰਾਜ ਸੀ, ਉਹਦੇ ਵਿੱਚੋਂ ਮੌਰਿਆ ਵੰਸ਼ ਇੱਕ ਸੀ। ਇਸ ਤਰ੍ਹਾਂ ਦਾ ਹੋਰ ਕੋਈ ਸਾਮਰਾਜ ਭਾਰਤ ਦੀ ਹਿਸਟਰੀ ਦੇ ਵਿੱਚ ਦਿਖਾਈ ਨਹੀਂ ਦਿੰਦਾ, ਸਾਨੂੰ ਨਹੀਂ ਪ੍ਰਾਪਤ ਹੁੰਦਾ। ਇਹਨਾਂ ਦਾ ਜਿਸ ਤਰ੍ਹਾਂ ਦੀ ਇਹਨਾਂ ਦੀ ਸਟਰਕਚਰ ਸੀ, ਆਪਣੇ ਸਿਸਟਮ ਦੀ, ਪੋਲੀਟੀਕਲ ਸਿਸਟਮ ਦੀ, ਰਾਜਨੀਤਿਕ ਉਸ ਦੀ ਐਗਜ਼ਾਮਪਲ ਹੋਰ ਭਾਰਤ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਹੈ। ਹੁਣ ਆਪਾਂ ਗੱਲ ਕਰੀਏ, ਰਾਜਾ ਸਾਮਰਾਜ ਦਾ ਮੁਖੀ ਹੁੰਦਾ ਸੀ। ਆਪਦੇ ਸਾਰੇ ਰਾਜ ਪਾਟ ਦਾ ਮੁਖੀ ਕੌਣ ਹੁੰਦਾ ਸੀ? ਰਾਜਾ ਹੁੰਦਾ ਸੀ। ਸਭ ਤੋਂ ਸ਼ਕਤੀਸ਼ਾਲੀ ਹੁੰਦਾ ਸੀ ਰਾਜਾ ਹੀ, ਸਭ ਤੋਂ ਸ਼ਕਤੀਸ਼ਾਲੀ ਹੁੰਦਾ ਸੀ। ਸਰਬ ਸ਼ਕਤੀਮਾਨ ਕੌਣ ਹੁੰਦਾ ਸੀ? ਰਾਜਾ ਹੁੰਦਾ ਸੀ। ਸਾਰੀਆਂ ਸ਼ਕਤੀਆਂ ਰਾਜਾ ਦੇ ਕੋਲੇ ਹੁੰਦੀਆਂ ਸੀ। ਜੇਕਰ ਕੋਈ ਲੜਾਈ ਹੁੰਦੀ, ਕੋਈ ਲੜਾਈ ਕਿਸੇ ਦੇਸ਼ ਨਾਲ ਲੱਗਦੀ, ਰਾਜੇ ਨਾਲ ਹੋਰ ਨਾਲ ਲੱਗਦੀ, ਤਾਂ ਲੜਾਈ ਸਮੇਂ ਸੈਨਾ ਦੀ ਅਗਵਾਈ ਵੀ ਹੀ ਕੌਣ ਕਰਦਾ ਸੀ? ਰਾਜਾ ਹੀ ਕਰਦਾ ਸੀ। ਇਹ ਸਾਡੇ ਕੋਲੇ ਪਿਕਚਰ ਦਿਖਾਈ ਗਈ ਹੈ ਰਾਜੇ ਦੀ। ਚੰਦਰਗੁਪਤ ਮੌਰਿਆ, ਉਸ ਤੋਂ ਮਗਰੋਂ ਬਿੰਦੂਸਾਰ, ਉਸ ਤੋਂ ਮਗਰੋਂ ਅਸ਼ੋਕਾ ਗ੍ਰੇਟ। ਇਸ ਤਰ੍ਹਾਂ ਮੌਰਿਆ ਵੰਸ਼ ਦੇ ਰਾਜੇ ਸੀ। ਨਿਆਂ ਕਰਨ ਦਾ ਅਧਿਕਾਰ ਵੀ ਰਾਜੇ ਕੋਲ ਹੀ ਹੁੰਦਾ ਸੀ, ਉਸਦੇ ਪਾਸ ਹੀ ਹੁੰਦਾ ਸੀ। ਸਭ ਤੋਂ ਵੱਡੀ ਨਿਆਇਕ ਸ਼ਕਤੀ ਕੌਣ ਹੁੰਦਾ ਸੀ? ਉਸ ਸਾਮਰਾਜ ਦਾ ਰਾਜਾ ਹੁੰਦਾ ਸੀ। ਇਹਨਾਂ ਕੰਮਾਂ ਤੋਂ ਬਿਨਾਂ ਰਾਜਾ ਲੋਕਾਂ ਦੀ ਭਲਾਈ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ, ਦੇਖ ਰੇਖ ਕਰਦਾ ਸੀ ਵੀ ਕੀ ਲੋਕਾਂ ਦੀ ਭਲਾਈ ਵਾਸਤੇ ਸਾਰੇ ਕੰਮ ਹੋ ਰਹੇ ਨੇ। ਅਤੇ ਟੈਕਸ ਨਿਸ਼ਚਿਤ ਕਰਨ ਦਾ ਵੀ ਅਧਿਕਾਰ ਕਿਹਦੇ ਪਾਸ ਹੁੰਦਾ ਸੀ? ਰਾਜੇ ਕੋਲ ਹੁੰਦਾ ਸੀ। ਸੋ ਇਸ ਤੋਂ ਇਹ ਸਾਰੇ ਪੁਆਇੰਟਾਂ ਤੋਂ ਸਾਨੂੰ ਕੀ ਸਾਬਿਤ ਹੁੰਦਾ ਹੈ ਵੀ ਰਾਜਾ ਸਰਬ ਸ਼ਕਤੀਮਾਨ ਹੁੰਦਾ ਸੀ। ਰਾਜੇ ਕੋਲੇ ਸਾਰੀਆਂ ਸ਼ਕਤੀਆਂ ਰਾਜੇ ਕੋਲ ਹੀ ਹੁੰਦੀਆਂ ਸਨ। ਤਾਂ ਰਾਜੇ ਦੀ ਸਹਾਇਤਾ ਲਈ ਦਰਬਾਰ ਵਿੱਚ ਮੰਤਰੀ ਪਰਿਸ਼ਦ ਹੁੰਦਾ ਸੀ। ਜਿਵੇਂ ਹੁਣ ਸਾਡੇ ਮੁੱਖ ਮੰਤਰੀ, ਸਾਡੇ ਪ੍ਰਧਾਨ ਮੰਤਰੀ ਦੀ ਸਹਾਇਤਾ ਲਈ ਮੰਤਰੀਆਂ ਦਾ ਇੱਕ ਪਰਿਸ਼ਦ ਹੁੰਦਾ, ਉਸੇ ਤਰ੍ਹਾਂ ਰਾਜੇ ਕੋਲੇ ਵੀ ਆਪਣਾ ਇੱਕ ਮੰਤਰੀ ਪਰਿਸ਼ਦ ਹੁੰਦਾ ਸੀ। ਮੰਤਰੀਆਂ ਨੂੰ ਅਮਾਤਿਆ ਬੋਲਿਆ ਜਾਂਦਾ ਸੀ। ਬੜਾ ਇੰਪੋਰਟੈਂਟ ਪੁਆਇੰਟ ਹੈ ਇਹ। ਉਸ ਸਮੇਂ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਨੂੰ ਅਮਾਤਿਆ ਬੋਲਿਆ ਜਾਂਦਾ ਸੀ, ਜਿਹਦੇ ਵਿੱਚ ਮੰਤਰੀ ਵੱਖ ਵਿਭਾਗਾਂ ਦੇ ਮੰਤਰੀ ਹੁੰਦੇ ਸੀ। ਵਿਭਾਗ ਵੰਡੇ ਗਏ ਸੀ।
ਜਿਵੇਂ ਹੋਰ ਕਈ ਵੱਡੇ ਅਫਸਰ ਜਿਵੇਂ ਯੁਵਰਾਜ ਰਾਜਿਆਂ ਦੇ ਜਿਹੜੇ ਰਾਜਕੁਮਾਰ ਹੁੰਦੇ ਸੀ ਉਹਨਾਂ ਨੂੰ ਯੁਵਰਾਜ ਬਣਾਇਆ ਜਾਂਦਾ ਸੀ, ਉਹ ਵੀ ਆਪਣੇ ਪ੍ਰਸ਼ਾਸਨ ਦੇ ਵਿੱਚ ਕਿਸੇ ਨਾ ਕਿਸੇ ਅਹੁਦੇ ਦੇ ਉੱਤੇ ਕੰਮ ਕਰਦੇ ਸੀ, ਹੈ ਨਾ। ਅਤੇ ਮੁੱਖ ਖਜ਼ਾਨਚੀ ਜਿਹਨੂੰ ਸੰਨੀਦਾਰਾ ਬੋਲਿਆ ਜਾਂਦਾ ਸੀ, ਦਾਤਾ ਬੋਲਿਆ ਜਾਂਦਾ ਸੀ, ਹੈ ਨਾ। ਸਮਾਹਰਦਾਤਾ ਟੈਕਸ ਇਕੱਠਾ ਕਰਨ ਵਾਲਾ ਅਧਿਕਾਰੀ, ਟੈਕਸ ਕਲੈਕਟਰ ਹੁੰਦਾ ਸੀ, ਹੈ ਨਾ। ਜਿਹੜੇ ਟੈਕਸ ਜਿਹੜੇ ਲੋਕਾਂ ਦੇ ਲਾਏ ਜਾਂਦੇ ਸੀ ਉਹਨੂੰ ਇਕੱਠਾ ਕਰਨ ਵਾਲਾ ਅਧਿਕਾਰੀ ਹੁੰਦਾ ਸੀ। ਲੇਖਾ ਜੋਖਾ ਰੱਖਣ ਵਾਲਾ, ਜਿਹਨੂੰ ਅੱਜ ਕੱਲ੍ਹ ਆਪਾਂ ਅਕਾਊਂਟੈਂਟ ਬੋਲ ਦਿੰਦੇ ਹਾਂ, ਹੈ ਨਾ, ਅਕਾਊਂਟੈਂਟ, ਉਹ ਅਧਿਕਾਰੀ ਵੀ ਹੁੰਦਾ ਸੀ। ਇਸ ਤਰ੍ਹਾਂ ਮੌਰਿਆ ਸਾਮਰਾਜ ਦੇ ਵਿੱਚ ਵੱਖ-ਵੱਖ ਵਿਭਾਗ ਵੱਖ-ਵੱਖ ਅਧਿਕਾਰੀਆਂ ਨੂੰ ਦਿੱਤੇ ਗਏ ਸੀ। ਮੰਤਰੀਆਂ ਨੂੰ ਅਮਾਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹੁਣ ਬੇਟਾ ਆ ਗਿਆ ਮੌਰਿਆ ਕਾਲ ਸਮੇਂ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ। ਦੇਖੋ ਆਹ ਮੌਰਿਆ ਜਿਹੜੇ ਪਿੰਕ ਕਲਰ ਦੀ ਆਪਾਂ ਸਾਰੀ ਬਾਉਂਡਰੀ ਦੇਖਦੇ ਹਾਂ, ਇਹ ਮੌਰਿਆ ਸਾਮਰਾਜ ਦੀ ਸੀ। ਕਿੱਡਾ ਵੱਡਾ ਸਾਮਰਾਜ ਸੀ, ਜਿਵੇਂ ਹੁਣ ਸਾਡਾ ਭਾਰਤ ਹੈ, ਕਿੱਡਾ ਵੱਡਾ ਦੇਸ਼ ਹੈ, ਉਸ ਨੂੰ ਅਸੀਂ 28 ਪ੍ਰਾਂਤਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ। ਬੇਟਾ ਉਸੇ ਤਰ੍ਹਾਂ ਮੌਰਿਆ ਸਾਮਰਾਜ ਨੂੰ ਵੀ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ। ਹੁਣ ਜਿਵੇਂ ਸਾਡੇ ਚੀਫ ਮਿਨਿਸਟਰ ਹੁੰਦੇ ਨੇ ਪ੍ਰਾਂਤ ਦੇ ਵਿੱਚ, ਉਸੇ ਸਮੇਂ ਆਮ ਤੌਰ 'ਤੇ ਕਹਿੰਦਾ ਰਾਜਕੁਮਾਰਾਂ ਨੂੰ ਪ੍ਰਾਂਤਾਂ ਦਾ ਗਵਰਨਰ ਬਣਾਇਆ ਜਾਂਦਾ ਸੀ। ਜਿਹੜੇ ਉੱਥੋਂ ਦੇ ਪ੍ਰਾਂਤ ਸੀ ਉਹਨਾਂ ਦਾ ਗਵਰਨਰ ਮੁਖੀ ਕਿਹਨੂੰ ਬਣਾਇਆ ਜਾਂਦਾ ਸੀ? ਰਾਜਕੁਮਾਰਾਂ ਨੂੰ। ਰਾਜਵੰਸ਼ ਦੇ ਜਿਹੜੇ ਮੁੰਡੇ ਹੁੰਦੇ ਸੀਗੇ ਗਾਂ ਰਾਜੇ ਦੇ, ਉਹਨਾਂ ਨੂੰ ਵੱਖ-ਵੱਖ ਪ੍ਰਾਂਤਾਂ ਦਾ ਗਵਰਨਰ ਬਣਾਇਆ ਜਾਂਦਾ ਸੀ। ਸੋ ਇਸ ਮਗਰੋਂ ਮੌਰਿਆ ਸੈਨਾ ਬਹੁਤ ਹੀ ਸ਼ਕਤੀਸ਼ਾਲੀ ਸੀ। ਬੇਟਾ ਐਡੇ ਵੱਡੇ ਸਾਮਰਾਜ ਨੂੰ ਚਲਾਉਣ ਵਾਸਤੇ ਸੈਨਿਕ ਵੀ ਚਾਹੀਦੇ ਨੇ, ਸੈਨਾ ਦੀ ਵੀ ਇੱਕ ਵੱਡੀ ਲੋੜ ਪੈਂਦੀ ਹੈ। ਤਾਂ ਉਹ ਸਮੇਂ ਬੇਟਾ ਮੌਰਿਆ ਸੈਨਾ ਸੀ, ਬੜੀ ਪ੍ਰਸਿੱਧ ਸੀ। ਐਡੇ ਵੱਡੇ ਵਿਸ਼ਾਲ ਖੇਤਰ ਦੀ ਸੈਨਾ ਹੁੰਦੀ ਸੀ। ਤਾਂ ਉਹ ਸੈਨਾ ਬਹੁਤ ਵੱਡੀ ਸੈਨਾ ਸੀ। ਸੈਨਾ ਦੇ ਵਿੱਚ ਕਿਹੜੇ-ਕਿਹੜੇ ਤਰ੍ਹਾਂ ਦੇ ਮਹਾਰਥੀ ਹੁੰਦੇ ਸੀ? ਜਿਵੇਂ ਕਹਿੰਦਾ ਸੈਨਾ ਦੇ ਵਿੱਚ ਪੈਦਲ ਯਾਤਰੀ ਹੁੰਦੇ ਸੀ। ਦੇਖੋ ਪੈਦਲ ਯਾਤਰੀਆਂ ਦੀ ਬੜੀ ਵੱਡੀ ਸੈਨਾ ਹੁੰਦੀ ਸੀ ਉਹਨਾਂ ਦੀ। ਇਸ ਤੋਂ ਇਲਾਵਾ ਘੋੜਸਵਾਰ, ਘੋੜ ਸੈਨਾ ਹੁੰਦੀ ਸੀ। ਉਹਦੇ ਪਾਰਟ ਨੇ ਸੈਨਾ ਦੇ ਵਿੱਚ ਕਿਹੜੇ-ਕਿਹੜੇ ਮੂਰੇ ਪੈਦਲ ਯਾਤਰੀ, ਫਿਰ ਘੋੜਸਵਾਰ। ਇਸ ਤੋਂ ਮਗਰੋਂ ਸਾਡੇ ਕੋਲੇ ਆ ਗਏ ਹਾਥੀਆਂ ਦੀ ਸੈਨਾ ਦੇ ਵਿੱਚ। ਹਾਥੀਆਂ ਦਾ ਬੜਾ ਅਹਿਮ ਰੋਲ ਹੁੰਦਾ ਸੀ। ਹਾਥੀ ਵਿਰੋਧੀ ਧਿਰ ਦਾ ਕੁਚਲ ਕੇ ਹੀ ਉਹਨਾਂ ਦੇ ਬਹੁਤਾਂ ਨੂੰ ਮਾਰ ਦਿੰਦੇ ਸੀ। ਸੋ ਹਾਥੀ ਦੀ ਜਿਹੜੀ ਸੈਨਾ ਦੇ ਵਿੱਚ ਹੁੰਦਾ, ਇਹ ਵੀ ਬੜਾ ਇੱਕ ਇੰਪੋਰਟੈਂਟ ਰੋਲ ਸੀ। ਇਸ ਤੋਂ ਬਿਨਾਂ ਮੌਰਿਆ ਸਾਮਰਾਜ ਦੇ ਵਿੱਚ ਜਿਹੜੀ ਸੈਨਾ ਸੀ ਉਹਦੇ ਵਿੱਚ ਰੱਥ ਸਵਾਰ, ਰੱਥ ਵੀ ਹੁੰਦੇ ਸੀ, ਘੋੜਿਆਂ ਨਾਲ ਜੋਤੇ ਜਾਂਦੇ ਸੀ, ਜਿਹਦੇ ਵਿੱਚ ਮਹਾਰਥੀ ਬੈਠ ਕੇ ਸੈਨਾ ਦੇ ਵਿੱਚ ਯੁੱਧ ਕਰਦੇ ਸੀ। ਇਹ ਮੌਰਿਆ ਸਾਮਰਾਜ ਦੀ ਜਿਹੜੀ ਸ਼ਕਤੀਸ਼ਾਲੀ ਸੈਨਾ ਸੀ ਉਹਦਾ ਪਾਰਟ ਸੀ। ਇਸ ਤੋਂ ਬਿਨਾਂ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਸੀ ਬੇਟਾ, ਇਤਿਹਾਸ ਦੇ ਵਿੱਚ ਪਤਾ ਲੱਗ ਰਿਹਾ ਵੀ ਮੌਰੀਆਂ ਕੋਲੇ ਆਪਣਾ ਇੱਕ ਜਹਾਜ਼ੀ ਬੇੜਾ ਵੀ ਸੀ। ਭਾਵ ਸਮੁੰਦਰ ਦੇ ਰਾਹੀਂ ਵੀ ਉਹ ਯਾਤਰਾ ਕਰਦੇ ਸੀ, ਸਮੁੰਦਰ ਦੇ ਵਿੱਚ ਵੀ ਉਹ ਵਪਾਰ ਵਾਸਤੇ ਤਾਂ ਵਰਤਦੇ ਸੀ। ਉਹਨਾਂ ਕੋਲੇ ਆਪਣੀ ਸਮੁੰਦਰੀ ਸੈਨਾ ਵੀ ਸੀ, ਜਿਹੜੀ ਉਹਨਾਂ ਦੇ ਪੋਰਟਸ ਦਾ, ਜਿਹੜੇ ਉਹਨਾਂ ਦੀ ਬੰਦਰਗਾਹਾਂ ਸੀ, ਉਹਨਾਂ ਦੀ ਸੁਰੱਖਿਆ ਕਰਦੀ ਸੀ। ਸੋ ਇਸ ਤਰ੍ਹਾਂ ਅਸੀਂ ਦੇਖਿਆ ਮੌਰਿਆ ਸੈਨਾ ਇੱਕ ਵਿਸ਼ਾਲ ਸੈਨਾ ਸੀ, ਜਿਹਦੇ ਵਿੱਚ ਪੈਦਲ ਯਾਤਰੀ, ਪੈਦਲ ਸੈਨਿਕ ਸੀਗੇ, ਘੋੜਸਵਾਰ ਸੀਗੇ, ਰੱਥ ਵਾਲੇ ਸੀ, ਹਾਥੀ ਵੀ ਸੀਗੇ, ਅਤੇ ਉਹਨਾਂ ਕੋਲੇ ਆਪਣਾ ਇੱਕ ਜਹਾਜ਼ੀ ਬੇੜਾ ਵੀ ਸੀ। ਇਸ ਤੋਂ ਬਿਨਾਂ ਬੇਟਾ ਕਿਸੇ ਵੀ ਸਾਮਰਾਜ ਨੂੰ ਚਲਾਉਣ ਵਾਸਤੇ, ਕਿਸੇ ਵੀ ਰਾਜ ਨੂੰ ਚਲਾਉਣ ਵਾਸਤੇ ਸਾਨੂੰ ਆਪਣੇ ਰਾਜ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ। ਉਸ ਸਮੇਂ ਇੱਕ ਵਿਅਕਤੀ ਜਿਹਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਚਾਣਕਿਆ, ਕੌਟਲਿਆ ਜਾਂ ਵਿਸ਼ਨੂਗੁਪਤ ਜਿਹਨੂੰ ਆਪਾਂ ਬੋਲਦੇ ਸੀ, ਉਹਦਾ ਇੱਕ ਬੜਾ ਅਹਿਮ ਰੋਲ ਸੀ। ਬੇਟਾ ਮੌਰਿਆ ਸਾਮਰਾਜ ਵਿੱਚ ਜਸੂਸੀ ਵਿਭਾਗ ਬਹੁਤ ਹੀ ਤਾਕਤਵਰ ਸੀ, ਬੜਾ ਸਟਰੋਂਗ ਉਹਨਾਂ ਦਾ, ਜਿਹੜਾ ਜਿਹਨੂੰ ਅੱਜ ਕੱਲ੍ਹ ਆਪਾਂ CID ਬੋਲਦੇ ਨਾ, CID ਡਿਪਾਰਟਮੈਂਟ। ਸੋ ਉਹਨਾਂ ਦਾ CID ਡਿਪਾਰਟਮੈਂਟ, ਇਹ ਜਸੂਸੀ ਵਿਭਾਗ ਬੜਾ ਹੀ ਸ਼ਕਤੀਸ਼ਾਲੀ ਡਿਪਾਰਟਮੈਂਟ ਸੀ। ਚਾਣਕਿਆ ਦੇ ਅਧੀਨ ਸੀ। ਚਾਣਕਿਆ ਤੋਂ ਮਗਰੋਂ ਇਸ ਦਾ ਇੱਕ ਆਪਣਾ ਸ਼ਿਸ਼ਯ ਸੀ ਰਾਧਾ ਗੁਪਤ, ਉਹ ਅਸ਼ੋਕਾ ਵੇਲੇ ਉਹਨੇ ਬਹੁਤ ਅਹਿਮ ਰੋਲ ਦਿੱਤਾ। ਜਸੂਸਾਂ ਨੂੰ ਦੁਸ਼ਮਣਾਂ ਬਾਰੇ ਜਾਣਕਾਰੀ ਇਕੱਠੀ ਕਰਨਾ, ਵਿਰੋਧੀ ਰਾਜਿਆਂ ਦੀ ਉੱਥੇ ਜਸੂਸ ਛੱਡੇ ਜਾਂਦੇ ਸੀ, ਉਹਨਾਂ ਦੀ ਗਤੀਵਿਧੀਆਂ ਦਾ ਧਿਆਨ ਰੱਖਦੇ ਸੀ, ਅਤੇ ਆਮ ਲੋਕਾਂ ਦੇ ਕੰਮਾਂ ਦੇ ਉੱਤੇ ਵੀ ਨਜ਼ਰ ਰੱਖਣ ਵਾਸਤੇ ਨਿਯੁਕਤ ਕੀਤਾ ਜਾਂਦਾ ਸੀ। ਇਹ ਉਹਨਾਂ ਗੁਪਤਚਰਾਂ ਦੀ ਕਾਰਜ ਹੁੰਦਾ ਸੀ। ਉਹਨਾਂ ਨੇ ਕੀ ਕਾਰਜ ਕਰਨਾ ਹੈ, ਆਂਢ ਗੁਆਂਢ ਦੇ ਜਿਹੜੇ ਨਾਲ ਦੀ ਲੱਗਦੇ ਰਾਜੇ ਸੀ, ਉਹਨਾਂ ਦੇ ਕੰਮਾਂ ਦੇ ਉੱਤੇ ਉਹ ਧਿਆਨ ਰੱਖਦੇ ਸੀ, ਅਤੇ ਜਿਹੜੀ ਆਪਣੀ ਲੋਕਲ ਪ੍ਰਜਾ ਹੈ ਉਸ ਦੇ ਵੀ ਕੰਮਾਂ ਕਾਰਾਂ 'ਤੇ ਵੀ ਧਿਆਨ ਰੱਖਦੇ ਸੀ। ਉਹਨਾਂ ਦੇ ਵਿਚਾਰਾਂ ਦਾ ਵੀ ਆਦਾਨ ਪ੍ਰਦਾਨ ਲਿਆ ਕੇ ਉਹ ਆਪਣੇ ਰਾਜੇ ਨੂੰ ਦਿੰਦੇ ਸੀ। ਸੋ ਬੇਟਾ ਇਹ ਜਿਹੜੇ ਗੁਪਤਚਰ ਵਿਭਾਗ ਹੁੰਦਾ ਹੈ, ਕਿਸੇ ਰਾਜੇ ਦਾ ਇੱਕ ਬੜਾ ਹੀ ਸ਼ਕਤੀਸ਼ਾਲੀ ਥੰਮ ਹੁੰਦਾ ਹੈ ਵੀ ਉਸ ਦੇ ਗੁਪਤਚਰ ਉਸ ਨੂੰ ਕਿਹੜੀ ਸੂਚਨਾ ਕਿਵੇਂ ਇਕੱਤਰ ਕਰਕੇ ਦਿੰਦੇ ਨੇ। ਮੌਰਿਆ ਸਾਮਰਾਜ ਵੇਲੇ ਸਭ ਤੋਂ ਸ਼ਕਤੀਸ਼ਾਲੀ ਉਹਨਾਂ ਦਾ ਇਹ ਗੁਪਤਚਰ ਵਿਭਾਗ ਹੁੰਦਾ ਸੀ। ਹੁਣ ਬੇਟਾ ਆਪਾਂ ਮੌਰਿਆ ਸਾਮਰਾਜ ਵਾਲੇ ਦੇ ਸਮਾਜਿਕ ਅਤੇ ਆਰਥਿਕ ਖੇਤਰ ਵਾਲੇ ਪੜ੍ਹਦੇ ਹਾਂ ਵੀ ਉਹਨਾਂ ਦੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਜ ਸੀ। ਤਾਂ ਸਮਾਜਿਕ ਹਾਲਤ ਬੇਟਾ ਜਨਪਦ ਕਾਲ ਦੀ ਤਰ੍ਹਾਂ ਸੀ। ਇਸ ਤੋਂ ਪਿਛਲੇ ਚੈਪਟਰ ਦੇ ਵਿੱਚ ਆਪਾਂ ਮਹਾਜਨਪਦ ਭਾਰਤ ਦੇ 16 ਜਨਪਦਾਂ ਬਾਰੇ ਪੜ੍ਹ ਕੇ ਆਏ ਸੀ, ਜਿਸ ਦੇ ਵਿੱਚ ਜਿਹੜਾ ਸਮਾਜ ਸੀ ਉਹ 4 ਵਰਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣ, ਸ਼ਤਰੀय, ਵੈਸ਼ ਅਤੇ ਸ਼ੂਦਰ। ਇਹ ਲੋਕਾਂ ਦੇ ਵਿੱਚ ਬੇਟਾ ਉਵੇਂ ਹੀ ਪਦਸੁਪਨ ਦਾ ਹਰਾਰਕੀ ਦਾ ਇੱਕ ਸਿਧਾਂਤ ਜਿਹੜਾ ਮਹਾਜਨਪਦਾਂ ਵੇਲੇ ਚੱਲ ਰਿਹਾ ਸੀ, ਉਹੀ ਲਗਭਗ ਆਪਣਾ ਮੌਰਿਆ ਵੰਸ਼ ਦੇ ਵਿੱਚ ਚੱਲਦਾ ਰਿਹਾ। ਤਾਂ ਜਿਹੜਾ ਆਪਣਾ ਪਿਛਲੇ ਆਪਾਂ ਉਹਦੇ ਵਿੱਚ ਕਰਕੇ ਆਏ ਸੀ ਚੈਪਟਰ ਦੇ ਪਾਰਟ ਦੇ ਵਿੱਚ, ਮੈਗਥਨੀਜ਼ ਨਾਮ ਦਾ ਜਿਹੜਾ ਯਾਤਰੀ ਸੀ, ਜਿਹੜਾ ਰਾਜਦੂਤ ਸੀ, ਉਸਨੇ ਪੁਸਤਕ ਲਿਖੀ ਸੀ ਇੰਡਿਕਾ।
ਉਸ ਦੀ ਇੰਡੀਕਾ ਪੁਸਤਕ ਅਤੇ ਆਪਣੇ ਚਾਣਕਿਆ ਦੀ ਅਰਥ ਸ਼ਾਸਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਨੂੰ ਪਤਾ ਲੱਗਦਾ ਵੀ ਮੌਰਿਆ ਵੰਸ਼ ਸਮੇਂ, ਮੌਰਿਆ ਸਾਮਰਾਜ ਸਮੇਂ ਲੋਕ ਭਾਂਤ ਭਾਂਤ ਦੇ ਕਿੱਤੇ ਕਰਦੇ ਸੀ, ਜਿਹਦੇ ਵਿੱਚੋਂ ਖੇਤੀਬਾੜੀ ਇੱਕ ਮੁੱਖ ਕਿੱਤਾ ਸੀ। ਲੋਕ ਖੇਤੀਬਾੜੀ ਕਰਕੇ ਆਪਣੇ ਰੁਜ਼ਗਾਰ, ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਤੇ ਉਸ ਤੋਂ ਵੱਧ ਵੇਚਣ ਵਾਸਤੇ ਵੀ ਕੁਝ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਕਰਦੇ ਸੀ, ਹੈ ਨਾ। ਵਪਾਰ ਕਰਨ ਵਾਸਤੇ ਬਰਤਨ ਬਣਾਉਣ ਵਾਲਾ ਕੰਮ ਆ ਗਿਆ, ਹੈ ਨਾ। ਵਪਾਰ ਖਣਿਜ ਪਦਾਰਥਾਂ ਦਾ ਬੇਟਾ ਇੱਕ ਥਾਂ 'ਤੇ ਜ਼ਿਕਰ ਆਉਂਦਾ ਵੀ ਜਦੋਂ ਧਨਾਨੰਦ ਨੂੰ ਚੰਦਰਗੁਪਤ ਮੌਰਿਆ ਨੇ ਮਾਰਿਆ ਸੀ ਤਾਂ ਧਨਾਨੰਦ ਦੀ ਇੱਕ ਬਹੁਤ ਵੱਡੀ ਸੋਨੇ ਦੀ ਖਾਨ ਵੀ ਤੇ ਪਹਿਲਾਂ ਇਹਨੇ ਆਪਣੇ ਚੰਦਰਗੁਪਤ ਮੌਰਿਆ ਨੇ ਕਬਜ਼ਾ ਕੀਤਾ ਸੀ। ਸੋ ਖਣਿਜ ਪਦਾਰਥਾਂ ਦਾ ਵੀ ਉਸ ਸਮੇਂ ਬੜਾ ਉਹ ਸੀ, ਸੋਨੇ ਦੇ ਗਹਿਣੇ ਵਗੈਰਾ, ਹੈ ਨਾ, ਉੱਥੋਂ ਬਣਾਏ ਜਾਂਦੇ ਸੀ। ਆਯਾਤ ਨਿਰਯਾਤ ਦਾ ਕੰਮ ਵੀ ਲੋਕ ਕਰਦੇ ਸੀ, ਵਪਾਰ ਵਗੈਰਾ ਵੀ ਬਹੁਤ ਪ੍ਰਫੁੱਲਤ ਸੀ। ਇਹ ਉਸ ਲੋਕਾਂ ਦੀ ਆਰਥਿਕ ਰੁਪਈਏ ਪੈਸੇ ਆਪਣੇ ਆਪ ਨੂੰ, ਪਰਿਵਾਰ ਨੂੰ ਚਲਾਉਣ ਦੇ, ਰੋਜ਼ਗਾਰ ਦੇ ਉਹਨਾਂ ਦੇ ਸਾਧਨ ਸਨ। ਕਹਿੰਦਾ ਜੀ ਪਾਟਲੀਪੁੱਤਰ ਵਿਖੇ ਬਹੁਤ ਸਾਰੇ ਵਿਦੇਸ਼ੀ ਯਾਤਰੀ ਆਉਂਦੇ ਸਨ। ਬੇਟਾ ਪਾਟਲੀਪੁੱਤਰ ਸੈਂਟਰਲ ਪੁਆਇੰਟ ਸੀ, ਰਾਜਧਾਨੀ ਸੀ, ਤਾਂ ਉੱਥੇ ਹੀ ਸਾਰੇ ਰਾਜਦੂਤ, ਵਪਾਰੀ, ਬਾਹਰੋਂ ਯਾਤਰੀ ਉਹ ਉੱਥੇ ਦੇਖ ਕੇ ਜਾਂਦੇ ਸੀ ਵੀ ਮੌਰਿਆ ਵੰਸ਼ ਕਿਸ ਤਰ੍ਹਾਂ ਚੱਲ ਰਿਹਾ ਹੈ, ਮੌਰਿਆ ਸਾਮਰਾਜ ਕਿਸ ਤਰ੍ਹਾਂ ਚੱਲ ਰਿਹਾ ਹੈ, ਉੱਥੋਂ ਦਾ ਰਾਜਪਾਟ ਕਿਸ ਤਰ੍ਹਾਂ ਦਾ ਹੈ, ਉੱਥੋਂ ਦੇ ਲੋਕਾਂ ਦੀ ਰਹਿਣੀ ਸਹਿਣੀ ਕਿਸ ਤਰ੍ਹਾਂ ਦੀ ਹੈ। ਤਕਸ਼ਿਲਾ, ਪਾਟਲੀਪੁੱਤਰ, ਵਾਰਾਣਸੀ ਇਹ ਸਿੱਖਿਆ ਦੇ ਮਹਾਨ ਕੇਂਦਰ ਸਨ। ਬੇਟਾ ਤਕਸ਼ਿਲਾ ਜਿਹੜਾ ਸਾਡੇ ਕੋਲੇ ਹੁਣ ਆਪਾਂ ਪਾਕਿਸਤਾਨ ਦੇ ਇਸਲਾਮਾਬਾਦ ਕੋਲੇ ਹੈ, ਇੱਕ ਅਹਿਮ ਵਿਦਿਅਕ ਜਿਹੜਾ ਕੇਂਦਰ ਸੀ, ਵਿਸ਼ਵ ਵਿਦਿਆਲਿਆ ਸੀ। ਸਾਡੇ ਜਿਹੜੇ ਚਾਣਕਿਆ ਸੀਗੇ ਉਹ ਵੀ ਉੱਥੇ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕਰਦੇ ਰਹੇ ਸੀ। ਸੋ ਇਹ ਤਿੰਨੇ ਪੁਆਇੰਟ ਨੇ, ਤਕਸ਼ਿਲਾ, ਪਾਟਲੀਪੁੱਤਰ ਤੇ ਵਾਰਾਣਸੀ, ਉਸ ਸਮੇਂ ਦੇ ਬੜੇ ਮਹੱਤਵਪੂਰਨ ਵਿਦਿਅਕ ਕੇਂਦਰ ਸੀ। ਮਹਾ ਵਿਸ਼ਵ ਵਿਦਿਆਲਿਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਸੀ। ਸਮਾਜ ਦੇ ਵਿੱਚ ਇਸਤਰੀਆਂ ਦਾ ਬੜਾ ਰਿਗਾਰਡ ਕੀਤਾ ਜਾਂਦਾ ਸੀ। ਇਸਤਰੀਆਂ ਨੂੰ ਪੂਰਨ ਆਜ਼ਾਦੀ ਦਿੱਤੀ ਗਈ ਸੀ, ਇੰਡੀਪੈਂਡੈਂਟ ਸੀਗੀਆਂ, ਸੈਲਫ ਡਿਪੈਂਡੈਂਟ ਸੀਗੀਆਂ। ਬੜੇ ਉਹਨਾਂ ਦੀ ਹਾਲਤ ਬੜੀ ਸੁਧਰੀ ਹੋਈ ਸੀ ਮੌਰਿਆ ਸਾਮਰਾਜ ਦੇ ਦੌਰਾਨ। ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸਨ ਅਤੇ ਇੱਕ ਦੂਜੇ ਦਾ ਆਦਰ ਕਰਦੇ ਸਨ। ਬੇਟਾ ਚੰਦਰਗੁਪਤ ਮੌਰਿਆ, ਬਿੰਦੂਸਾਰ, ਅਸ਼ੋਕ ਇਹ ਜਿਹੜੇ ਮੌਰਿਆ ਵੰਸ਼ ਦੇ ਵਿੱਚ ਰਾਜੇ ਹੋਏ ਨੇ, ਇਹਨਾਂ ਨੇ ਸਾਰੇ ਧਰਮਾਂ ਨੂੰ ਬਰਾਬਰ ਸਮਝਿਆ, ਉਹਨਾਂ ਦੇ ਲੋਕਾਂ ਦੇ ਵਿੱਚ ਆਪਸ 'ਚ ਪਿਆਰ ਬਣਾ ਕੇ ਰੱਖਿਆ। ਉਹ ਇਸ ਕਰਕੇ ਲੋਕਾਂ ਦੇ ਵਿੱਚ ਵੀ ਸਾਰੇ ਧਰਮਾਂ ਦਾ ਆਦਰ ਮਾਣ ਸੀ। ਸੋ ਉਹ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਬਹੁਤ ਵਧੀਆ ਸਮਾਜਿਕ ਜੀਵਨ ਬਤੀਤ ਕਰਦੇ ਸਨ। ਸੋ ਮੈਗਥਨੀਜ਼ ਦੀ ਜਿਹੜੀ ਇੰਡੀਕਾ ਬੁੱਕ ਹੈ ਉਸ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਰਾਜ ਪ੍ਰਬੰਧ ਕਰਨ ਲਈ ਕਰ ਭਾਵ ਟੈਕਸ ਵੀ ਲਗਾਏ ਜਾਂਦੇ ਸਨ। ਬਿਲਕੁਲ ਰਾਜੇ ਕੋਲੇ ਆਮਦਨ ਦਾ ਸਭ ਤੋਂ ਵੱਡਾ ਸੋਰਸ ਕੀ ਸੀ? ਕਰ ਲਗਾਉਣਾ, ਟੈਕਸ ਲਗਾਉਣਾ। ਆਮ ਤੌਰ 'ਤੇ ਉਪਜ ਦਾ 6ਵਾਂ ਹਿੱਸਾ ਭਾਵ 1/6 ਭਾਗ ਹੈ ਜਿਹੜਾ ਖੇਤੀਬਾੜੀ ਕਰਦੇ ਸੀ, ਖੇਤੀਬਾੜੀ ਕਰ ਦੇ ਰੂਪ, ਐਗਰੀਕਲਚਰ ਟੈਕਸ ਦੇ ਰੂਪ ਦੇ ਵਿੱਚ ਉੱਥੋਂ ਜਨਤਾ ਤੋਂ ਲਿਆ ਜਾਂਦਾ ਸੀ। ਕਿੰਨਾ? 1/6 ਭਾਗ ਭਾਵ 6ਵਾਂ ਹਿੱਸਾ ਕੁੱਲ ਆਮਦਨ ਦਾ ਖੇਤੀਬਾੜੀ ਟੈਕਸ ਦੇ ਰੂਪ ਵਿੱਚ ਲਿਆ ਜਾਂਦਾ ਸੀ। ਸਿੰਚਾਈ, ਜੰਗਲਾਤ, ਖਣਿਜ, ਆਯਾਤ ਨਿਰਯਾਤ, ਵਪਾਰ, ਉਦਯੋਗਿਕ ਧੰਦਿਆਂ ਉੱਤੇ ਵੀ ਟੈਕਸ ਲਾਏ ਜਾਂਦੇ ਸਨ। ਖੇਤੀ ਤੋਂ ਬਿਨਾਂ ਇਹ ਸਾਰੇ ਜਿਹੜੇ ਧੰਦੇ ਸੀ, ਸਿੰਚਾਈ, ਜੰਗਲਾਤ, ਖਣਿਜ ਪਦਾਰਥਾਂ ਦਾ ਉਹ ਕਰਨਾ, ਆਯਾਤ ਨਿਰਯਾਤ ਕਰਨਾ, ਵਪਾਰ, ਉਦਯੋਗਿਕ ਧੰਦੇ ਕਰਨੇ, ਇਹਨਾਂ ਸਾਰਿਆਂ ਦੇ ਉੱਤੇ ਵੀ ਟੈਕਸ ਲਾਏ ਜਾਂਦੇ ਸੀ। ਟੈਕਸਾਂ ਰਾਹੀਂ ਇਕੱਤਰ ਹੋਇਆ ਧਨ ਸੈਨਿਕਾਂ ਅਤੇ ਦੂਜੇ ਅਫਸਰਾਂ ਦੀ ਤਨਖਾਹ, ਜਿਹੜੇ ਟੈਕਸ ਤੋਂ ਸਰਕਾਰ ਨੂੰ ਆਮਦਨ ਹੋਈ, ਰਾਜੇ ਨੂੰ ਆਮਦਨ ਹੋਈ, ਉਹਦੀ ਕਿੱਥੋਂ ਵਰਤੋਂ ਕਰਦੇ ਸੀ? ਜਿਹੜੀ ਐਡੀ ਵਿਸ਼ਾਲ ਸੈਨਾ ਸੀ। ਹੋਰ ਅਫਸਰ ਜਿਹੜੇ ਕੰਮ ਕਰਦੇ ਸੀ ਵੱਖ-ਵੱਖ ਵਿਭਾਗਾਂ ਦੇ ਵਿੱਚ, ਉਸ ਤੋਂ ਬਿਨਾਂ ਲੋਕਾਂ ਦੇ ਲੋਕ ਭਲਾਈ ਦੇ ਕੰਮਾਂ ਦੇ ਵਿੱਚ, ਲੋਕਾਂ ਦੀ ਪ੍ਰਜਾ ਦੀ ਭਲਾਈ ਦੇ ਵਿੱਚ ਕੰਮ ਕਰਨ ਵਾਸਤੇ ਲਾਏ ਜਾਂਦੇ, ਜਿਵੇਂ ਸੜਕਾਂ ਬਣਾਉਣੀਆਂ, ਸਿੰਚਾਈ ਦਾ ਪ੍ਰਬੰਧ ਕਰਨਾ। ਇਹ ਸਾਰੇ ਕੰਮਾਂ ਦੇ ਉੱਤੇ ਉਹ ਟੈਕਸ ਤੋਂ ਜਿਹੜੀ ਆਮਦਨ ਪ੍ਰਾਪਤ ਹੁੰਦੀ ਸੀ ਉਹਨੂੰ ਖਰਚ ਕੀਤਾ ਜਾਂਦਾ ਸੀ। ਵਧੀਆ ਢੰਗ ਨਾਲ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜਿਆ ਜਾਂਦਾ ਸੀ, ਉਹਨਾਂ ਨੂੰ ਸੇਵਾਵਾਂ ਦੇ ਰੂਪ ਦੇ ਵਿੱਚ ਮੋੜਿਆ ਜਾਂਦਾ ਸੀ। ਇਸੇ ਕਰਕੇ ਬੇਟਾ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਵੀ ਮੌਰਿਆ ਜਿਹੜਾ ਸਾਮਰਾਜ ਸੀ ਉਹ ਭਾਰਤ ਵਿੱਚ ਉਸ ਦੇ ਵਰਗੀ ਹੋਰ ਕੋਈ ਐਗਜ਼ਾਮਪਲ ਨਹੀਂ ਮਿਲਦੀ। ਇੰਨਾ ਵਧੀਆ ਸਾਮਰਾਜ ਮੌਰਿਆ ਰਾਜਿਆਂ ਨੇ ਦਿੱਤਾ ਸੀ। ਸੋ ਉਹੀ ਦੇਖੋ, ਹੁਣ ਉਹ ਵੈਲਫੇਅਰ ਦੇ ਕੰਮਾਂ ਦੀ ਗੱਲ ਕੀਤੀ ਸੀ, ਲੋਕ ਭਲਾਈ ਦੇ ਕੰਮਾਂ ਦੀ ਕੰਮ ਕੀਤੀ ਸੀ। ਕਹਿੰਦਾ ਚੰਦਰਗੁਪਤ ਮੌਰਿਆ ਨੇ ਗੁਜਰਾਤ ਵਿਖੇ ਸੁਦਰਸ਼ਨ ਨਾਂ ਦੀ ਇੱਕ ਵਿਸ਼ਾਲ ਝੀਲ ਬਣਵਾਈ। ਚੰਦਰਗੁਪਤ ਮੌਰਿਆ ਨੇ ਗੁਜਰਾਤ ਪ੍ਰਾਂਤ ਦੇ ਏਰੀਏ ਦੇ ਵਿੱਚ ਸੁਦਰਸ਼ਨ ਨਾਂ ਦੀ ਇੱਕ ਵਿਸ਼ਾਲ ਝੀਲ ਬਣਾਈ। ਇਹਦਾ ਮਕਸਦ ਕੀ ਸੀ? ਜਿਸ ਨਾਲ ਸਿੰਚਾਈ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋ ਸਕੇ। ਦੇਖੋ ਟੈਕਸਾਂ ਤੋਂ ਪ੍ਰਾਪਤ ਆਮਦਨਾਂ ਤੋਂ ਕਿਹੜੇ ਉਹਦੇ ਵਿੱਚ ਲਾਭ ਕੀਤੇ ਗਏ ਸੀਗੇ। ਗੁਜਰਾਤ ਦੇ ਵਿੱਚ ਵੀ ਦੇਖੋ ਇੱਕ ਝੀਲ ਬਣਾਈ ਜਿਹਦਾ ਨਾਮ ਸੁਦਰਸ਼ਨ ਸੀ। ਇਹਦਾ ਮਤਲਬ ਕੀ ਸੀ? ਉੱਥੇ ਸਿੰਚਾਈ ਹੋ ਸਕੇ ਤੇ ਲੋਕਾਂ ਨੂੰ ਪੀਣ ਵਾਸਤੇ ਪਾਣੀ ਮਿਲ ਸਕੇ। ਕਿਹਨੇ ਬਣਵਾਈ ਸੀ? ਯਾਦ ਰੱਖਿਓ, ਚੰਦਰਗੁਪਤ ਮੌਰਿਆ ਨੇ। ਕਾਫੀ ਇੰਪੋਰਟੈਂਟ ਬੇਟਾ ਪ੍ਰਸ਼ਨ ਹੈ ਤੁਹਾਡੇ ਵਾਸਤੇ ਇਹ ਵੀ ਇਹ ਸੁਦਰਸ਼ਨ ਝੀਲ ਕਿਸਨੇ ਬਣਵਾਈ? ਚੰਦਰਗੁਪਤ ਮੌਰਿਆ ਨੇ। ਕਿੱਥੇ ਬਣਵਾਈ? ਗੁਜਰਾਤ ਵਿਖੇ। ਸੋ ਹੁਣ ਬੇਟਾ ਆਪਾਂ ਉਹਨਾਂ ਦੀ ਕਲਾ ਅਤੇ ਭਵਨ ਨਿਰਮਾਣ ਕਲਾ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਾਂਗੇ। ਤਾਂ ਮੌਰਿਆ ਸਮਰਾਟਾਂ ਨੂੰ ਬੇਟਾ ਜਿਹੜੇ ਕਹਿੰਦੇ ਸੀ ਕਲਾ ਨਾਲ ਬੜਾ ਹੀ ਪ੍ਰੇਮ ਸੀ। ਸਾਰੇ ਜਿਹੜੇ ਮੌਰਿਆ ਸਮਰਾਟ ਸੀ, ਇਹ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ, ਇਹਨਾਂ ਨੂੰ ਕਲਾ ਨਾਲ ਬੜਾ ਸ਼ੌਂਕ ਹੁੰਦਾ ਸੀ। ਇਹਨਾਂ ਨੂੰ ਕਲਾਕ੍ਰਿਤੀਆਂ ਦਾ, ਰਾਜ ਮਹਿਲ ਬਣਵਾਉਣ ਦਾ, ਹੈ ਨਾ, ਪੇਂਟਿੰਗਸ ਕਰਵਾਉਣ ਦਾ।
ਤਾਂ ਚੰਦਰਗੁਪਤ ਮੌਰਿਆ ਨੇ ਇੱਕ ਵੱਡਾ ਰਾਜ ਮਹਿਲ ਬਣਵਾਇਆ। ਬਿਲਕੁਲ ਜਦੋਂ ਮੌਰਿਆ ਸਾਮਰਾਜ ਦੀ ਸਥਾਪਨਾ ਹੋਈ ਸੀ ਤਾਂ ਚੰਦਰਗੁਪਤ ਮੌਰਿਆ ਨੇ ਇੱਕ ਵਿਸ਼ਾਲ ਮਹਿਲ ਬਣਵਾਇਆ ਸੀ, ਬਹੁਤ ਵੱਡਾ ਰਾਜ ਮਹਿਲ ਬਣਵਾਇਆ ਸੀ। ਮੈਗਥਨੀਜ਼ ਦੀ ਜਿਹੜੀ ਬੁੱਕ ਹੈ ਉਹ ਤੋਂ ਜਾਣਕਾਰੀ ਜਿਹੜੀ ਸਾਨੂੰ ਮਿਲੀ ਹੈ ਉਹਦੇ ਅਨੁਸਾਰ ਇਹ ਕਹਿੰਦਾ ਇਹ ਅਦਭੁਤ ਸੁੰਦਰ ਮਹਿਲ ਸੀ। ਪਿਕਚਰ ਦੇਖਣ ਤੋਂ ਵੀ ਲੱਗਦਾ ਵੀ ਕਾਫੀ ਸੁੰਦਰ ਮਹਿਲ ਹੋਊ। ਚਲੋ ਇਹ ਪਿਕਚਰਸ ਤਾਂ ਆਪਣੀਆਂ ਹੁਣ ਕਿਤਾਬਾਂ ਦੇ ਵਿੱਚ ਆਈਆਂ ਨੇ, ਪਰ ਜਿਹੜੀ ਮੈਗਥਨੀਜ਼ ਨੇ ਆਪਣੀ ਇੰਡੀਕਾ ਨਾਮਕ ਪੁਸਤਕ ਲਿਖੀ ਆ ਉਹਦੇ ਵਿੱਚ ਉਸਨੇ ਇਸ ਮਹਿਲ ਦੀ ਬੜੀ ਤਾਰੀਫ ਕੀਤੀ ਹੈ ਵੀ ਚੰਦਰਗੁਪਤ ਮੌਰਿਆ ਦਾ ਜਿਹੜਾ ਇਹ ਮਹਿਲ ਸੀ ਬਹੁਤ ਹੀ ਸੁੰਦਰ ਦਿਲਕਸ਼ ਮਹਿਲ ਸੀ। ਇਸ ਤੋਂ ਬਿਨਾਂ ਹੁਣ ਸਾਡੇ ਕੋਲ ਆ ਗਏ ਅਸ਼ੋਕ ਸਮਰਾਟ। ਸਮਰਾਟ ਅਸ਼ੋਕ ਨੇ ਬਹੁਤ ਸਾਰੇ ਸਤੂਪਾਂ ਦਾ ਨਿਰਮਾਣ ਕਰਵਾਇਆ। ਮੱਧ ਪ੍ਰਦੇਸ਼ ਦਾ ਸਾਂਚੀ ਦਾ ਸਤੂਪ ਬਹੁਤ ਪ੍ਰਸਿੱਧ ਹੈ ਬੇਟਾ। ਇਹ ਅਸ਼ੋਕ ਜਿਹੜਾ ਆਪਣੇ ਮਹਾਨ ਸਮਰਾਟ ਅਸ਼ੋਕ ਹੈ ਉਹਨਾਂ ਨੇ ਤਾਂ ਕਲਾ ਦੇ ਵਿੱਚ ਬਹੁਤ ਕਾਰਜ ਕਰਵਾਏ। ਉਹਨਾਂ ਦੀਆਂ ਕਲਾ ਦੇ ਜਿਹੜੇ ਕਾਰਜ ਨੇ ਉਹ ਹੁਣ ਵੀ ਸਾਡੇ ਭਾਰਤ ਦੇ ਵਿੱਚ ਮੌਜੂਦ ਹਨ। ਅਸੀਂ ਉਹਨਾਂ ਨੂੰ ਬਹੁਤ ਆਦਰ ਮਾਣ ਦਿੱਤਾ ਹੈ। ਅੱਗੇ ਆਪਾਂ ਪੜ੍ਹਾਂਗੇ ਵੀ ਉਹਨਾਂ ਦੇ ਕਲਾ ਦੇ ਜਿਹੜੇ ਕਲਾ ਦੇ ਨਮੂਨੇ ਸੀ ਉਹ ਸਾਡੇ ਅੱਜ ਵੀ ਕਿਵੇਂ ਕੰਮ ਆ ਰਹੇ ਨੇ, ਕਿਵੇਂ ਕਿੱਥੇ ਅਸੀਂ ਉਹਨਾਂ ਨੂੰ ਵਰਤ ਰਹੇ ਹਾਂ। ਤਾਂ ਇਹਦੇ ਵਿੱਚੋਂ ਸਾਂਚੀ ਦਾ ਸਪੂਤ ਸੀ ਜਿਹੜਾ ਇਹ ਕਿਹਨੇ ਬਣਵਾਇਆ ਸੀ? ਅਸ਼ੋਕ ਨੇ ਬਣਵਾਇਆ ਸੀ ਬੇਟਾ। ਮਹਾਨ ਸਮਰਾਟ ਅਸ਼ੋਕ ਨੇ ਬਣਾਇਆ ਸੀ। ਕਿੱਥੇ? ਮੱਧ ਪ੍ਰਦੇਸ਼ ਦੇ ਵਿੱਚ। ਦੇਖੋ ਆ ਪਿਕਚਰ ਆ ਗਈ, ਤਸਵੀਰ ਆ ਗਈ ਸਾਂਚੀ ਦੇ ਸਤੂਪ ਦੀ। ਕਿਸ ਨੇ ਬਣਾਇਆ ਸੀ? ਮਹਾਨ ਸਮਰਾਟ ਅਸ਼ੋਕ ਨੇ, ਚੱਕਰਵਰਤੀ ਸਮਰਾਟ ਅਸ਼ੋਕ ਨੇ ਬਣਾਇਆ ਸੀ ਬੇਟਾ। ਇਹਨਾਂ ਦੀਆਂ ਜਿਹੜੀਆਂ ਉਹ ਨੇ ਇਹਦੇ ਉੱਤੇ ਸਿੱਖਿਆਵਾਂ ਲਿਖੀਆਂ ਜਾਂਦੀਆਂ ਸੀ, ਬੁੱਧ ਧਰਮ ਦੀਆਂ ਸਿੱਖਿਆਵਾਂ, ਅਸ਼ੋਕ ਮਹਾਰਾਜਾ ਅਸ਼ੋਕ ਦੀਆਂ ਆਪ ਦੀਆਂ ਸਿੱਖਿਆਵਾਂ, ਜੋ ਲੋਕਾਂ ਨੂੰ ਆਪਣੇ ਪ੍ਰਵਚਨ ਦੇਣਾ ਚਾਹੁੰਦੇ ਸੀ, ਸਿੱਖਿਆ ਜੋ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ, ਉਹ ਸਾਰਾ ਕੁਝ ਇਹਨਾਂ ਬਿਲਡਿੰਗਸ ਦੇ ਉੱਤੇ ਉਲੀਕਿਆ ਜਾਂਦਾ ਸੀ, ਖੁਦਵਾਇਆ ਜਾਂਦਾ ਸੀ। ਉਰੇ ਤੁਹਾਨੂੰ ਇੱਕ ਚੀਜ਼ ਹੋਰ ਦੱਸੀ ਵੀ ਜਿਹੜਾ ਪੱਥਰ ਦੀ ਕਲਾ ਹੈ, ਪੱਥਰ ਦੇ ਉੱਤੇ ਨਾ ਕ੍ਰੇਵਿੰਗਸ ਕਰਨ ਦੀ, ਉਲੀਕਣ ਦੀ ਕਲਾ ਹੈ, ਉਹ ਮੌਰਿਆ ਸਾਮਰਾਜ ਦੌਰਾਨ ਹੀ ਸ਼ੁਰੂ ਹੋਈ ਸੀ ਤੇ ਪ੍ਰਫੁੱਲਤ ਹੋਈ ਸੀ। ਅਸ਼ੋਕ ਨੇ ਭਿਕਸ਼ੂਕਾਂ ਅਤੇ ਨਿਰਗ੍ਰੰਥਾਂ ਲਈ ਬਿਹਾਰ ਦੇ ਨਾਗਾਰਜੁਨੀ ਅਤੇ ਬਾਰਾਵਰ ਦੇ ਪਹਾੜਾਂ ਵਿੱਚ ਸੁੰਦਰ ਗੁਫਾਵਾਂ ਬਣਾਈਆਂ ਬੇਟਾ। ਦੇਖੋ ਪਹਾੜਾਂ ਨੂੰ ਕੱਟ ਕੇ, ਪਠਾਰ ਸੀਗੇ ਜਿਹੜੇ ਉਹਨਾਂ ਦੇ ਵਿੱਚੋਂ ਪਹਾੜਾਂ ਨੂੰ ਕੱਟ ਕੇ ਉੱਥੇ ਆ ਜਿਹੜੀਆਂ ਸੁੰਦਰ ਗੁਫਾਵਾਂ ਇਹ ਉਲੀਕੀਆਂ ਅਸ਼ੋਕ ਦੇ ਸਮੇਂ ਉਲੀਕੀਆਂ ਗਈਆਂ। ਇਹ ਬਾਰਾਵਰ ਸਥਾਨ ਦੇ ਉੱਤੇ ਇਹ ਪਹਾੜਾਂ ਦੇ ਵਿੱਚੋਂ ਕੱਟ ਕੇ ਗੁਫਾਵਾਂ ਬਣਾਈਆਂ ਗਈਆਂ ਜਿਹੜੀਆਂ ਬੜੀਆਂ ਹੀ ਅਦਭੁਤ ਨੇ ਵੀ ਪਹਾੜ ਨੂੰ ਕਿਵੇਂ ਕਟਿੰਗ ਕੀਤੀ ਗਈ ਹੈ, ਕਿਵੇਂ ਇਹ ਗੁਫਾਵਾਂ ਦਾ ਨਿਰਮਾਣ ਕੀਤਾ ਗਿਆ ਹੋ ਅੱਜ ਤੋਂ ਲਗਭਗ 2300 ਸਾਲ ਪਹਿਲਾਂ। ਸੋ ਅਸ਼ੋਕ ਦੇ ਸਮੇਂ ਕਲਾ ਦਾ ਸਭ ਤੋਂ ਸੋਹਣਾ ਨਮੂਨਾ ਉਸ ਦੁਆਰਾ ਬਣਵਾਏ ਗਏ ਪੱਥਰ ਦੇ ਵੱਡੇ ਵੱਡੇ ਸਤੰਭ ਹਨ ਬੇਟਾ। ਆਹ ਦੇਖੋ ਪਿਲਰਸ ਨੇ ਵੱਡੇ ਵੱਡੇ। ਚੰਦਰਗੁਪਤ ਮੌਰਿਆ ਤੋਂ ਮਗਰੋਂ ਬਿੰਦੂਸਾਰ ਤੇ ਉਸਦੇ ਪੁੱਤਰ ਅਸ਼ੋਕ ਨੇ ਬੇਟਾ ਜਿੱਥੇ ਵੀ ਅਸ਼ੋਕ ਗਿਆ ਤਾਂ ਜਿਵੇਂ ਨਾ ਸਭ ਤੋਂ ਪਹਿਲਾਂ ਅਸ਼ੋਕ ਨੂੰ ਗਵਰਨਰ ਬਣਾ ਕੇ ਤਖਸ਼ਿਲਾ ਭੇਜਿਆ ਗਿਆ ਸੀ ਜਦੋਂ ਉੱਥੇ ਵਿਦਰੋਹ ਹੋਇਆ ਸੀ। ਉਸਨੇ ਉਹ ਵਿਦਰੋਹ ਨੂੰ ਕੰਟਰੋਲ ਕੀਤਾ ਤਾਂ ਉੱਥੇ ਪਹਿਲਾਂ ਇੱਕ ਆਪਣਾ ਪਿੱਲਰ ਗੱਡਿਆ। ਤਾਂ ਇਸ ਕਰਕੇ ਅਸ਼ੋਕ ਦੇ ਸਮੇਂ ਇਹ ਜਿਹੜੇ ਸਤੰਭ ਸੀ ਇਹ ਬੜੇ ਪ੍ਰਚਲਿਤ ਸੀ ਵੀ ਜਿੱਥੇ ਵੀ ਉਹ ਜਾਂਦਾ ਉੱਥੇ ਆਪਣੇ ਸਤੰਭ ਲਵਾਉਂਦਾ, ਉੱਥੇ ਆਪਣੇ ਗਿਆਨ ਦੀਆਂ ਚੀਜ਼ਾਂ, ਆਪਣੀਆਂ ਸਿੱਖਿਆਵਾਂ ਉਲੀਕਦਾ ਹੈ। ਚੂਨਾ ਪੱਥਰ ਜਿਹਨੂੰ ਆਪਾਂ ਸਟੈਂਡ ਸਟੋਨ ਬੋਲਦੇ ਹਾਂ ਉਸ ਦੇ ਬਣੇ ਇਹ ਜਿਹੜੇ ਸਤੰਭ ਸੀ ਬੇਟਾ ਇਹ ਲਗਭਗ 34 ਫੁੱਟ ਉੱਚੇ ਹਨ। ਇਹਨਾਂ ਸਤੰਭਾਂ ਉੱਤੇ ਬੈਲ, ਹਾਥੀ, ਸ਼ੇਰ, ਘੋੜੇ ਆਦਿ ਮੂਰਤੀਆਂ ਬਣਾਈਆਂ ਲੱਗੀਆਂ ਹੋਈਆਂ ਸਨ। ਇਹਨਾਂ ਦੇ ਉੱਤੇ ਇਹਨਾਂ ਸਤੰਭਾਂ 'ਤੇ ਅਸ਼ੋਕ ਨੇ ਆਪਣੇ ਲੇਖ ਖੁਦਵਾਏ ਬੇਟਾ। ਇਹ ਜਿੰਨੇ ਵੀ ਸਤੰਭ ਸੀ ਇਹਨਾਂ ਦੇ ਉੱਤੇ ਵੱਖ-ਵੱਖ ਜਾਨਵਰਾਂ ਦੀਆਂ ਮੂਰਤੀਆਂ ਲੱਗੀਆਂ ਹੁੰਦੀਆਂ ਸਨ ਉਹਨਾਂ ਦੇ ਟੌਪ ਦੇ ਉੱਤੇ। ਅਤੇ ਇਹਨਾਂ ਜਿਹੜੇ ਅਸ਼ੋਕ ਦੇ ਪਿੱਲਰਸ ਨੇ ਇਹਨਾਂ ਸਾਰੇ ਸਤੰਭਾਂ 'ਤੇ ਅਸ਼ੋਕ ਨੇ ਆਪਣੇ ਲੇਖ ਅਤੇ ਸਿੱਖਿਆਵਾਂ ਨੂੰ ਵੀ ਖੁਦਵਾਇਆ। ਇਹ ਸਾਰੇ ਪਿੱਲਰਸ ਦੇ ਉੱਤੇ ਉਹਦੀਆਂ ਐਜੂਕੇਸ਼ਨਲ ਪੁਆਇੰਟਸ ਦੇ ਨਾਲ ਜਿਹੜੀ ਉਹਨੇ ਆਪਾਂ ਨੂੰ ਸਿੱਖਿਆ ਆਪਣੇ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਸ਼ਾਂਤੀ ਦੀ, ਪਿਆਰ ਦੀ, ਮੁਹੱਬਤ ਦੀ, ਵੱਡਿਆਂ ਦੇ ਆਦਰ ਸਤਿਕਾਰ ਦੀ, ਉਹ ਸਾਰਾ ਕੁਝ ਇਹਨਾਂ ਪਿੱਲਰਸ ਦੇ ਉੱਤੇ ਲਿਖਵਾਇਆ ਗਿਆ ਸੀ। ਸੋ ਉਹਨਾਂ ਦੀ ਬੇਟਾ ਰਾਈਟਿੰਗਸ ਨੇ ਜਿਹੜੀਆਂ ਉਸ ਸਮੇਂ ਪਿੱਲਰਸ ਦੇ ਉੱਤੇ ਜਾਂ ਪੱਥਰਾਂ ਦੇ ਉੱਤੇ ਵੱਖ-ਵੱਖ ਰੂਪ ਦੇ ਵਿੱਚ ਲਿਖਵਾਈਆਂ ਗਈਆਂ। ਲੈਂਗੁਏਜ ਤਾਂ ਆਪਾਂ ਨੂੰ ਨਹੀਂ ਸਮਝ ਆਉਂਦੀ, ਖੈਰ ਇਤਿਹਾਸਕਾਰਾਂ ਨੇ ਇਹਨਾਂ ਦੇ ਨਿਚੋੜ ਕਰਿਆ। ਦੇਖੋ ਕਲਾਕ੍ਰਿਤੀਆਂ ਜਿਹੜੀਆਂ ਉਹਨਾਂ ਦੇ ਬਣਾਏ, ਦੇਖੋ ਉਰੇ ਚੱਕਰ ਆ ਗਿਆ ਥੋੜ੍ਹੇ ਯਾਦ, ਆਹ ਚੱਕਰ ਨੂੰ ਦੇਖ ਕੇ ਕੁਝ ਯਾਦ ਆਉਂਦਾ ਨਾ। ਸਾਡੇ ਤਿਰੰਗੇ ਦੇ ਵਿੱਚ ਵੀ ਇੱਕ ਚੱਕਰ ਹੈ ਜਿਹਨੂੰ ਅਸੀਂ ਅਸ਼ੋਕ ਚੱਕਰ ਬੋਲਦੇ ਹਾਂ। ਦੇਖੋ ਆਹ ਦੇਖੋ ਇਹਦੇ ਨੀਚੇ ਇੱਕ ਮੂਰਤੀ ਦੇਖੋ ਸ਼ੇਰਾਂ ਵਾਲੀ, 3 ਸ਼ੇਰਾਂ ਵਾਲੀ। ਇਹ 3 ਨਹੀਂ 4 ਸ਼ੇਰ ਨੇ, ਇੱਕ ਦੀ ਬੈਕ ਸਾਈਡ 'ਤੇ ਵੀ ਹੈ। ਇਹ ਵੀ ਸਾਡਾ ਰਾਸ਼ਟਰੀ ਚਿੰਨ੍ਹ ਹੈ। ਮੈਂ ਤੁਹਾਨੂੰ ਕਿਹਾ ਸੀ ਵੀ ਅੱਗੇ ਜਾ ਕੇ ਆਪਾਂ ਦੇਖਾਂਗੇ ਵੀ ਕਿਹੜੀਆਂ ਚੀਜ਼ਾਂ ਸਾਡੇ ਅੱਜ ਵੀ ਵਰਤਮਾਨ ਦੇ ਵਿੱਚ ਵਰਤੀਆਂ ਜਾ ਰਹੀਆਂ ਨੇ। ਦੇਖੋ 2 ਚੀਜ਼ਾਂ ਤਾਂ ਪਿੱਲਰ ਦੇ ਵਿੱਚੋਂ ਸਾਨੂੰ ਲੱਭ ਗਈਆਂ। ਸੋ ਦੇਖੋ ਇਹ ਬੜੀਆਂ ਸੋਹਣੀਆਂ ਪੇਂਟਿੰਗਸ ਵੀ ਉਸ ਸਮੇਂ ਉਹਨਾਂ ਦੇ ਮੌਰਿਆ ਵੰਸ਼ ਦਾ ਜਿਹੜਾ ਕਲਾ ਦਾ ਇੱਕ ਬੜਾ ਪ੍ਰਸਿੱਧ ਨਮੂਨਾ ਹੈ। ਇਸ ਤੋਂ ਮਗਰੋਂ ਸਾਰਨਾਥ ਦਾ ਅਸ਼ੋਕ ਸਤੰਭ ਬੇਟਾ ਇਹ ਬਹੁਤ ਇੰਪੋਰਟੈਂਟ ਪਿਕਚਰ ਹੈ। ਦੇਖੋ ਇਹ ਸਾਰਨਾਥ ਵਿਖੇ ਸਮਰਾਟ ਅਸ਼ੋਕ ਨੇ ਇਹ ਸਤੰਭ ਸਥਾਪਿਤ ਕੀਤਾ ਸੀ। ਦੇਖੋ ਇਹਦੀ ਬੜੀ ਵਿਸ਼ਾਲ, ਕਿੰਨਾ ਸੋਹਣਾ ਸਤੰਭ ਦਿਖ ਰਿਹਾ। ਇਹਦੇ ਉੱਪਰ ਦੇਖੋ ਮੂਰਤੀ ਸ਼ੇਰ ਦੀ ਮੂਰਤੀ ਦਿਖਾਈ ਦੇ ਰਹੀ ਹੈ ਬੇਟਾ। ਇਸੇ ਅਸ਼ੋਕ ਸਤੰਭ ਦੇ ਉੱਤੋਂ ਸਾਰਨਾਥ ਜਿਹੜਾ ਕਿ ਉੱਤਰ ਪ੍ਰਦੇਸ਼ ਵਿੱਚ ਹੈ ਤੋਂ ਇੱਕ ਅਜਿਹੀ ਮੂਰਤੀ ਮਿਲੀ ਹੈ ਜਿਸ ਵਿੱਚ 4 ਸ਼ੇਰ ਪਿੱਠ ਲਗਾ ਕੇ ਬੈਠੇ ਹਨ। ਆ ਦੇਖੋ 1 2 3 ਪਰ ਇੱਕ ਸ਼ੇਰ ਇਹਨਾਂ ਦੀ ਬੈਕ ਸਾਈਡ 'ਤੇ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਕਰਕੇ ਇਹਨੂੰ 3 ਸ਼ੇਰਾਂ ਵਾਲੀ ਮੂਰਤੀ ਨਹੀਂ ਕਹਿਣਾ,
ਚਾਰ ਸ਼ੇਰਾਂ ਵਾਲੀ ਮੂਰਤੀ ਕਹਿਣਾ। ਇਹ ਚਾਰ ਸ਼ੇਰਾਂ ਵਾਲੀ ਮੂਰਤੀ ਸਾਡਾ ਰਾਸ਼ਟਰੀ ਚਿੰਨ੍ਹ ਹੈ ਬੇਟਾ। ਭਾਰਤ ਸਰਕਾਰ ਦਾ ਇਹ ਨੈਸ਼ਨਲ ਸਿੰਬਲ ਹੈ। ਤੁਸੀਂ ਦੇਖੋਗੇ ਕਿਤੇ ਵੀ ਭਾਰਤ ਸਰਕਾਰ ਦੀ ਕੋਈ ਗੱਲ ਆਉਂਦੀ ਹੈ ਤਾਂ ਉੱਥੇ ਸ਼ੇਰਾਂ ਵਾਲੀ ਮੂਰਤੀ ਦੀ ਸਟੈਂਪ ਲੱਗੀ ਵੀ ਹੁੰਦੀ ਹੈ। ਇਹ ਜਿਹੜਾ ਸਾਡਾ ਨੈਸ਼ਨਲ ਸਿੰਬਲ ਹੈ। ਇਹ ਸਾਨੂੰ ਸਾਰਨਾਥ ਦਾ ਜਿਹੜੀ ਉੱਥੋਂ ਪਿੱਲਰ ਮਿਲਿਆ ਉਸ ਦੇ ਉੱਤੋਂ ਇਹ ਮੂਰਤੀ ਮਿਲੀ ਹੈ। ਚਾਰ ਸ਼ੇਰਾਂ ਵਾਲੀ ਮੂਰਤੀ ਕੀ ਹੈ? ਸਾਡਾ ਰਾਸ਼ਟਰੀ ਚਿੰਨ੍ਹ ਹੈ। ਇਹ ਜਿਹੜੀ ਚਾਰ ਸ਼ੇਰਾਂ ਵਾਲੀ ਮੂਰਤੀ ਹੈ ਬੇਟਾ, ਇਸ ਦੇ ਵਿੱਚ ਇੱਕ ਚੀਜ਼ ਹੋਰ ਹੈ ਵੀ ਇਹਦੇ 'ਚ ਨਾ ਚਾਰ ਸ਼ੇਰ ਨੇ ਜਿਹੜੇ ਸਾਡੇ ਬਹਾਦਰੀ ਦਾ ਹੈ ਨਾ, ਸਾਡੀ ਨਿਡਰਤਾ ਦਾ, ਸਾਡੀ ਕੁਰੇਜ਼ ਦਾ, ਇਹ ਮਹਾਨਤਾ ਦਾ, ਇਹ ਸਾਰੇ ਪ੍ਰਤੀਕ ਨੇ ਸਾਡੇ ਦੇਸ਼ ਦਾ। ਇਹਦੇ ਨੀਚੇ ਸਾਡੇ ਕੋਲ ਦੇਖੋ, ਇਸੇ ਮੂਰਤੀ ਦੇ ਨੀਚੇ ਸਾਡੇ ਕੋਲ ਇਹ ਚੱਕਰ ਹੈ ਜਿਹਦੇ ਵਿੱਚ 24 ਲਾਈਨਸ ਬਣੀਆਂ ਹੋਈਆਂ ਨੇ। ਸਾਡੇ ਰਾਸ਼ਟਰੀ ਧਵਜ ਦੇ ਵਿੱਚ ਇਹ ਸੈਂਟਰ ਦੇ ਵਿੱਚ ਲਗਾਇਆ, ਜਿਹਨੂੰ ਅਸੀਂ ਅਸ਼ੋਕ ਚੱਕਰ ਬੋਲਦੇ ਹਾਂ। ਭਾਵ ਨਿਰੰਤਰ ਕਾਰਜ ਕਰਦੇ ਰਹਿਣਾ, ਨਿਰੰਤਰ ਕੰਮਾਂ ਦੇ ਵਿੱਚ ਲੱਗੇ ਰਹਿਣਾ। ਸੋ ਇਹ ਸਾਰਾ ਕੁਝ ਸਾਨੂੰ ਅਸ਼ੋਕ, ਸਮਰਾਟ ਅਸ਼ੋਕ ਦੀ ਦੇਣ ਹੈ। ਇਸ ਤੋਂ ਬਿਨਾਂ ਪਟਨਾ ਦੇ ਨੇੜੇ ਦੀਦਾਰ ਗੰਜ ਤੋਂ ਪ੍ਰਾਪਤ ਹੋਈ ਇੱਕ ਮੋਢੇ ਉੱਤੇ ਚੋਰੀ ਚੁੱਕੀ ਹੋਈ ਇੱਕ ਯਕਸ਼ਨੀ ਦੀ ਮੂਰਤੀ ਬਹੁਤ ਪ੍ਰਸਿੱਧ ਹੈ ਬੇਟਾ। ਆਹ ਕਾਫੀ ਇੰਪੋਰਟੈਂਟ ਪਿਕਚਰ ਹੈ। ਕਈ ਵਾਰ ਪੇਪਰ ਦੇ ਵਿੱਚ ਇਹ ਪਿਕਚਰ ਦਿਖਾਈ ਜਾਂਦੀ ਹੈ ਅਤੇ ਪੁੱਛਿਆ ਜਾਂਦਾ ਵੀ ਹੇਠ ਲਿਖਿਆਂ ਵਿੱਚੋਂ ਦੱਸੋ ਇਹ ਮੂਰਤੀ ਕਿਸ ਦੀ ਹੈ। ਇਹ ਇੱਕ ਯਕਸ਼ਨੀ ਦੀ ਮੂਰਤੀ ਹੈ ਜਿਹੜੀ ਸਾਨੂੰ ਪਟਨਾ ਦੇ ਨੇੜੇ ਦੀਦਾਰਗੰਜ ਤੋਂ ਪ੍ਰਾਪਤ ਹੋਈ ਹੈ। ਆ ਸਾਡਾ ਉਹੀ ਨੈਸ਼ਨਲ ਐਨਵੈਲਪ ਆ ਗਿਆ, ਸਾਡਾ ਨੈਸ਼ਨਲ ਸਿੰਬਲ ਆ ਗਿਆ, ਰਾਸ਼ਟਰੀ ਚਿੰਨ੍ਹ ਆ ਗਿਆ, ਲਾਇਨ ਕੈਪੀਟਲ। ਸੋ ਇਹ ਆਪਾਂ ਜਿਹਦੀ ਗੱਲ ਕਰਕੇ ਆਏ ਹਾਂ, ਅਸ਼ੋਕ ਚੱਕਰ, ਜਿਹੜਾ ਸਾਨੂੰ ਸਾਰਨਾਥ ਦੇ ਪਿੱਲਰ ਦੇ ਵਿੱਚੋਂ ਮਿਲਿਆ ਸੀ। ਇਹ ਸਾਡੇ ਰਾਸ਼ਟਰੀ ਧਵਜ ਦੇ ਵਿੱਚ ਲਗਾਇਆ ਗਿਆ ਹੈ। 24 ਇਸ ਦੇ ਵਿੱਚ ਲਾਈਨਸ ਨੇ, ਭਾਵ ਨਿਰੰਤਰ 24 ਘੰਟਿਆਂ ਨੂੰ ਰੀਪ੍ਰਜੈਂਟ ਕਰਦਾ ਹੈ। ਇਸ ਨੂੰ ਅਸੀਂ ਬੋਲਦੇ ਹਾਂ ਅਸ਼ੋਕ ਚੱਕਰ। ਸੋ ਹੁਣ ਆਪਾਂ ਦੇਖ ਰਹੇ ਹਾਂ ਬੇਟਾ, ਮੌਰਿਆ ਕਾਲ ਸਮੇਂ ਸਿੱਕੇ ਆਦਾਨ ਪ੍ਰਦਾਨ ਵਾਸਤੇ ਚੀਜ਼ਾਂ ਤੋਂ ਇੱਕ ਲੋਕ ਤੋਂ ਦੂਜੀ ਚੀਜ਼ਾਂ ਅਦਲਾ ਬਦਲੀ ਕਰਨ ਵਾਸਤੇ, ਜਿਵੇਂ ਅੱਜ ਕੱਲ੍ਹ ਅਸੀਂ ਰੁਪਈਏ ਪੈਸਾ ਦੀ ਵਰਤੋਂ ਕਰਦੇ ਹਾਂ, ਉਸ ਸਮੇਂ ਅਸ਼ੋਕ ਦੇ ਸਮੇਂ, ਮੌਰਿਆ ਕਾਲ ਦੇ ਸਮੇਂ ਇਹ ਸਿੱਕੇ ਵਰਤੇ ਜਾਂਦੇ ਸਨ। ਵੱਖ-ਵੱਖ ਤਰ੍ਹਾਂ ਦੇ ਸਿੱਕੇ ਤੁਹਾਡੇ ਸਾਹਮਣੇ ਨੇ, ਚੌਰਸ ਨੇ, ਹੈ ਨਾ, ਕੁਝ ਸਿੰਬਲਸ ਬਣੇ ਹੋਏ ਨੇ, ਇਹਦੇ ਕੁਝ ਲਿਖਿਆ ਵੀ ਹੈ। ਦੇਖੋ ਜਾਨਵਰਾਂ ਦੀਆਂ ਪਿਕਚਰਸ ਵੀ ਬਣੀਆਂ ਹੋਈਆਂ ਨੇ, ਕੁਝ ਇਹਦੇ 'ਤੇ ਵੀ ਕੁਝ ਕਲਾਕ੍ਰਿਤੀਆਂ ਉਸ ਟਾਈਪ ਦੀਆਂ ਬਣੀਆਂ ਹੋਈਆਂ ਨੇ। ਇਹ ਸਾਰੇ ਸਾਨੂੰ ਉੱਥੋਂ ਮੌਰਿਆ ਵੰਸ਼ ਦੇ ਉੱਤੋਂ ਕੁਆਇਨਸ ਨੇ। ਦੇਖੋ ਕਿਸ ਤਰ੍ਹਾਂ ਦੇ, ਹੈ ਨਾ, ਬੜੇ ਕਿਊਟ ਜਿਹੇ ਕੁਆਇਨਸ ਨੇ। ਹੁਣ ਤਾਂ ਨੋਟ ਚੱਲ ਪਏ 50 ਪੈਸਾ, 1 ਰੁਪਇਆ, 5 ਰੁਪਏ, 50 ਰੁਪਏ, 100 ਰੁਪਏ ਦਾ ਸਿੱਕਾ ਵੀ ਚੱਲ ਪਿਆ। ਸੋ ਇਹ ਉਸ ਸਮੇਂ ਦੀ ਕਰੰਸੀ ਹੈ ਜਿਹਨੂੰ ਆਪਾਂ ਸਿੱਕਿਆਂ ਦੇ ਰੂਪ ਵਿੱਚ ਕਰਦੇ ਹਾਂ। ਅਸ਼ੋਕ ਮਹਾਨ ਦੀ ਗੱਲ ਕਰੀਏ, ਆਪਾਂ ਚੱਕਰਵਰਤੀ ਸਮਰਾਟ ਅਸ਼ੋਕ ਦੀ ਗੱਲ ਕਰੀਏ, ਆਪਣੀ ਸ਼ਾਂਤੀ ਅਤੇ ਮਹਾਨਤਾ ਦੇ ਸੰਦੇਸ਼ ਲਈ ਅਸ਼ੋਕ ਨੂੰ ਵਿਸ਼ਵ ਵਿੱਚ ਇੱਕ ਮਹਾਨ ਰਾਜੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਬੇਟਾ। ਮਹਾਨਤਮ ਰਾਜਿਆਂ ਦੇ ਵਿੱਚੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਅਸ਼ੋਕ ਨੂੰ ਚੰਡ ਅਸ਼ੋਕ ਵੀ ਬੋਲਿਆ ਜਾਂਦਾ ਸੀ, ਪਰ ਜਦੋਂ ਉਸ ਦਾ ਮਨ ਪਰਿਵਰਤਨ ਹੋਇਆ ਤਾਂ ਉਸ ਨੇ ਅਹਿੰਸਾ ਨੂੰ ਅਡੋਪਟ ਕਰ ਲਿਆ। ਲੋਕਾਂ ਨੂੰ ਹਿੰਸਾ ਤੋਂ ਦੂਰ ਹੋਣ ਵਾਸਤੇ, ਆਪਸ 'ਚ ਪਿਆਰ ਕਰਨ ਵਾਸਤੇ, ਇੱਕ ਦੂਜੇ ਦਾ ਆਦਰ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਜਦੋਂ ਇੱਕ ਰਾਜਾ ਸੰਦੇਸ਼ ਦਿੰਦਾ ਹੈ ਤਾਂ ਉਹ ਸ਼ਾਹੀ ਫਰਮਾਨ ਬਣ ਜਾਂਦੇ ਨੇ। ਅਸ਼ੋਕ ਨੇ ਆਪਣੇ ਇਹ ਸ਼ਾਹੀ ਫਰਮਾਨ ਪਿੱਲਰਾਂ ਦੇ ਉੱਤੇ, ਵੱਡੀਆਂ ਪੱਥਰਾਂ ਦੀਆਂ ਸ਼ਿਖਾਵਾਂ ਦੇ ਉੱਤੇ ਥਾਂ 'ਤੇ ਲਵਾਏ, ਜਿਹਦੇ ਵਿੱਚੋਂ ਆ ਦੇਖੋ ਮੇਜਰ ਰੌਕਸ ਲਗਵਾਈਆਂ ਗਈਆਂ। ਜਿਹੜਾ ਸਕੁਏਅਰ ਦਾ ਰੂਪ ਹੈ ਇਹ ਦਿਖਾਇਆ ਰਿਹਾ ਹੈ ਨਾ। ਫਿਰ ਟਰਾਇੰਗਲ ਦੇ ਵਿੱਚ ਪਿੱਲਰਸ ਲਵਾਏ ਗਏ, ਛੋਟੀਆਂ ਮਾਈਨਰ ਰੌਕਸ ਵੀ ਲਗਾਈਆਂ ਗਈਆਂ। ਇਹਨਾਂ ਦੇ ਉੱਤੇ ਉਹਨਾਂ ਨੇ ਆਪਣੇ ਇਹੀ ਸਾਰੇ ਜਿਹੜੇ ਆਪਾਂ ਸ਼ਾਹੀ ਫਰਮਾਨ ਸੀ ਜਾਂ ਸਿੱਖਿਆਵਾਂ ਸੀ, ਇਹਨਾਂ ਨੂੰ ਖੁਦਵਾਇਆ ਸੀ। ਇਹ ਸਾਰੀ ਉਹਨਾਂ ਦੀ ਡਿਟੇਲ ਹੈ ਇਸ ਮੈਪ ਦੇ ਵਿੱਚ। ਕਿੱਥੇ ਕਿੱਥੇ ਦੇਖੋ ਸਾਡਾ ਇਹ ਜਿਹੜਾ ਹੁਣ ਇਹਦੇ ਵਿੱਚ ਆ ਮੈਪ ਦੇ ਵਿੱਚ ਦਿਖਾਇਆ ਰਿਹਾ ਸਕਿਨ ਕਲਰ ਦਾ, ਇਹ ਸਾਰਾ ਏਰੀਆ ਮੌਰਿਆ ਵੰਸ਼ ਦੇ ਅਧੀਨ ਚੱਲਦਾ ਸੀ। ਅਤੇ ਉੱਥੇ ਇਹਨਾਂ ਨੇ ਵੱਖ-ਵੱਖ ਪਿੱਲਰਸ ਹੈ ਨਾ ਬਣਵਾਏ, ਗੁਫਾਵਾਂ ਬਣਵਾਈਆਂ ਜਾਂ ਸਤੂਪ ਬਣਵਾਏ। ਹੁਣ ਬੇਟਾ ਇੱਕ ਵੰਸ਼ ਨੇ ਇੰਨਾ ਚੜ੍ਹਾਈ ਕੀਤੀ, ਪਰ ਹੌਲੀ ਹੌਲੀ ਹੈ ਨਾ, ਜਦੋਂ ਇੱਕ ਰਾਜ ਤੋਂ ਦੂਜੇ ਤੋਂ ਤੀਸਰਾ, ਹੌਲੀ ਉਹਦੇ ਵਿੱਚ ਕੁਝ ਨਾ ਕੁਝ ਗਿਰਾਵਟਾਂ ਆਉਂਦੀਆਂ ਜਾਂਦੀਆਂ ਨੇ। ਤਾਂ ਮੌਰਿਆ ਸਾਮਰਾਜ ਦਾ ਵੀ ਪਤਨ ਕਿਉਂ ਹੋਇਆ, ਕਿਵੇਂ ਹੋਇਆ, ਇਸ ਦੇ ਕੁਝ ਕਾਰਨ ਨੇ ਜਿਹੜੇ ਸਾਨੂੰ ਇਤਿਹਾਸਕਾਰਾਂ ਤੋਂ ਪ੍ਰਾਪਤ ਹੁੰਦੇ ਨੇ। ਜਿਵੇਂ ਕਿ ਕਹਿੰਦਾ ਰਿਲੀਜੀਅਸ ਪੋਲਿਸੀਜ਼, ਉਹਨਾਂ ਦੀਆਂ ਜਿਹੜੀਆਂ ਧਾਰਮਿਕ ਪੋਲਿਸੀਆਂ ਸੀ ਉਹ ਸਮੇਂ ਦੇ ਅਨੁਸਾਰ ਚੇਂਜ ਨਹੀਂ ਹੋਈਆਂ, ਹੈ ਨਾ। ਫਾਈਨੈਂਸ਼ੀਅਲ ਕ੍ਰਾਈਸਿਸ, ਰੁਪਈਏ ਪੈਸੇ ਦੀ ਘਾਟ ਹੋਣ ਲੱਗੀ, ਆਪਾਂ ਦੇਖਾਂਗੇ ਕਿਉਂ ਹੋਣ ਲੱਗੀ। ਸੈਂਟਰਲਾਈਜ਼ਡ ਐਡਮਿਨਿਸਟ੍ਰੇਸ਼ਨ, ਚੰਦਰਗੁਪਤ ਮੌਰਿਆ ਅਤੇ ਅਸ਼ੋਕ ਨੇ ਪਾਟਲੀਪੁੱਤਰ ਵਿਖੇ ਇੱਕ ਬੜੀ ਮਜ਼ਬੂਤ ਕੇਂਦਰ ਸਰਕਾਰ ਬਣਾਈ ਸੀ, ਪਰ ਹੌਲੀ ਹੌਲੀ ਉਹ ਟੁੱਟਦੀ ਗਈ। ਇੰਟਰਨਲ ਰਿਵੋਲਟ, ਆਪਸੀ ਜਿਹੜੇ ਉਹਨਾਂ ਦੇ ਛੋਟੇ ਉਹ ਬਣਾਏ ਗਏ ਸੀ, ਉਹਨਾਂ ਦੇ ਵਿੱਚ ਆਪਸੀ ਝਗੜੇ ਹੁੰਦੇ ਗਏ। ਨਵੀਂ ਗਿਆਨ ਦਾ ਜਿਹੜੇ ਨਵੇਂ ਉੱਥੇ ਧਰਮਾਂ ਦੀ ਨਵੇਂ ਬਾਹਰੋਂ ਵਿਦਵਾਨਾਂ ਨੇ ਆ ਕੇ ਉੱਥੇ ਆਪਣਾ ਨੌਲੇਜ ਦੀ ਸਪਰੈਡਿੰਗ ਕੀਤੀ, ਲੋਕਾਂ ਦੇ ਵਿੱਚ ਵਿਕਾਸ ਕੀਤਾ। ਇਸ ਤੋਂ ਬਿਨਾਂ ਬਹੁਤ ਸਾਰੇ ਵਿਦੇਸ਼ੀਆਂ ਨੇ ਵੀ ਹਮਲੇ ਕੀਤੇ, ਜਿਸ ਦੇ ਕਾਰਨ ਮੌਰਿਆ ਵੰਸ਼ ਦੇ ਹੈ ਨਾ ਪਤਨ ਦੇ ਕਾਰਨ ਸ਼ੁਰੂ ਹੋਏ। ਅਸ਼ੋਕ ਦੀ ਮੌਤ ਤੋਂ ਮਗਰੋਂ ਮੌਰਿਆ ਸਾਮਰਾਜ ਛੋਟੇ ਰਾਜਾਂ ਵਿੱਚ ਵੰਡਿਆ ਗਿਆ, ਕਿਉਂਕਿ ਉਸ ਦੇ ਉੱਤਰਾਧਿਕਾਰੀ ਅਯੋਗ ਸਨ। ਉਹ ਵਿਸ਼ਾਲ ਸਾਮਰਾਜ ਨੂੰ ਠੀਕ ਤਰ੍ਹਾਂ ਨਾਲ ਕਾਬੂ ਨਹੀਂ
ਰੱਖ ਸਕੇ। ਬਹੁਤ ਵੱਡਾ ਸਮਰਾਜ ਸੀ, ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਤਾਂ ਰਾਜੇ ਆਪ ਮੁਖਤਿਆਰੇ ਹੋ ਗਏ। ਉਹਨਾਂ ਨੇ ਆਪਣੇ ਆਪ ਨੂੰ ਆਜ਼ਾਦ ਘੋਸ਼ਿਤ ਕਰਤਾ। ਕੇਂਦਰ ਤੋਂ ਟੁੱਟ ਕੇ ਉਹਨਾਂ ਨੇ ਆਪਣੇ ਛੋਟੇ ਛੋਟੇ ਰਾਜ ਸਥਾਪਿਤ ਕਰ ਲਏ। ਉਹ ਆਪਣੇ ਰਾਜ ਵਿੱਚ ਸੜਕਾਂ ਦਾ ਜਾਲ ਨਹੀਂ ਵਿਛਾ ਸਕੇ। ਦੇਖੋ ਕਿੱਥੋਂ ਤੱਕ, ਅਫਗਾਨਿਸਤਾਨ ਤੱਕ, ਅਸਾਮ ਤੋਂ ਲੈ ਕੇ ਅਫਗਾਨਿਸਤਾਨ ਤੱਕ ਵਿਸ਼ਾਲ ਸਾਮਰਾਜ ਸੀ। ਹੌਲੀ ਹੌਲੀ ਉਹਨਾਂ ਨੇ ਜਿਹੜਾ ਸੜਕਾਂ ਦਾ ਜਾਲ ਸੀ ਉਹ ਟੁੱਟਦਾ ਗਿਆ। ਕਮਿਊਨੀਕੇਸ਼ਨ ਸਿਸਟਮ ਇੱਕ ਰਾਜੇ ਤੋਂ ਦੂਜੇ ਰਾਜੇ ਤੱਕ ਜਿਹੜੇ ਅਧੀਨ ਸੀ ਉਹਨਾਂ ਦਾ ਖਤਮ ਹੁੰਦਾ ਗਿਆ, ਜਿਸ ਕਰਕੇ ਪ੍ਰਾਂਤਾਂ ਵਿਚਕਾਰ ਵਪਾਰ ਅਤੇ ਆਪਸੀ ਸੰਬੰਧ ਖਤਮ ਹੋ ਗਏ। ਇਸ ਤੋਂ ਇਲਾਵਾ ਸਰਕਾਰੀ ਆਮਦਨ ਵਿੱਚ ਲਗਾਤਾਰ ਕਮੀ ਆਉਂਦੀ ਗਈ। ਜਦੋਂ ਰਾਜਿਆਂ ਨੇ ਆਪਣੇ ਨੂੰ ਇੰਡੀਪੈਂਡੈਂਟ ਘੋਸ਼ਿਤ ਕਰਤਾ, ਕੇਂਦਰ ਤੋਂ ਟੁੱਟ ਕੇ ਵੱਖਰੇ ਹੋ ਗਏ, ਜਿਸ ਕਾਰਨ ਸੈਨਾ ਦਾ ਪ੍ਰਬੰਧ ਚਲਾਉਣਾ, ਸੈਨਾ ਐਡੀ ਵੱਡੀ ਸੀ, ਉਹਨੂੰ ਤਨਖਾਹ ਤਾਂ ਦੇਣੀ ਪੈਣੀ ਸੀ, ਸੋ ਉਹ ਪ੍ਰਬੰਧ ਚਲਾਉਣਾ ਔਖਾ ਹੋ ਗਿਆ। ਸਰਕਾਰੀ ਕਰਮਚਾਰੀ ਅਤੇ ਅਫਸਰ ਭ੍ਰਿਸ਼ਟਾਚਾਰ ਅਤੇ ਖੁਦ ਮੁਖਤਿਆਰ ਹੋ ਗਏ। ਜਦੋਂ ਉਹਨਾਂ ਨੂੰ ਕੋਈ ਕੰਟਰੋਲ ਕਰਨ ਵਾਲਾ ਪ੍ਰੋਪਰਲੀ ਨਹੀਂ ਸੀ, ਯੋਗ ਰਾਜਾ ਨਹੀਂ ਸੀ, ਆਪਦੀ ਮਨਮਰਜ਼ੀ ਕਰਨ ਲੱਗ ਗਏ, ਰਿਸ਼ਵਤ ਲੈਣ ਲੱਗ ਗਏ, ਲੋਕਾਂ ਨਾਲ ਬੇਇਨਸਾਫੀਆਂ ਕਰਨ ਲੱਗ ਗਏ, ਜਿਸ ਕਾਰਨ ਸ਼ਾਸਨ ਪ੍ਰਬੰਧ ਦੀ ਸਾਰੀ ਵਿਵਸਥਾ ਫੇਲ ਹੋ ਗਈ। ਸ਼ਾਸਨ ਚਲਾਉਣ ਵਾਸਤੇ ਇਹਨਾਂ ਅਧਿਕਾਰੀਆਂ ਦਾ, ਸਰਕਾਰੀ ਕਰਮਚਾਰੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ, ਇਹਨਾਂ ਦਾ ਇਮਾਨਦਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਮੌਰਿਆ ਵੰਸ਼ ਦਾ ਆਖਰੀ ਸ਼ਾਸਕ ਜਿਹੜਾ ਬ੍ਰਿਧਰਥ ਸੀ, ਉਸ ਨੂੰ 184 ਈਸਵਾ ਪੂਰਵ ਉਸਦੇ ਹੀ ਸੈਨਾਪਤੀ ਪੁਸ਼ਯਾਮਿਤਰ ਸ਼ੁੰਗ ਨੇ ਕਤਲ ਕਰ ਦਿੱਤਾ। ਬੇਟਾ ਅਕਸਰ ਹੀ ਆਪਾਂ ਦੇਖਿਆ ਵੀ ਰਾਜਿਆਂ ਦਾ ਸੈਨਾਪਤੀ ਹੀ ਉਸ ਨੂੰ ਮਾਰ ਕੇ ਨਵੇਂ ਵੰਸ਼ ਦੀ ਸਥਾਪਨਾ ਕਰਦੇ ਨੇ, ਤਾਂ ਇਹੀ ਮੌਰਿਆ ਵੰਸ਼ ਨਾਲ ਹੋਇਆ ਵੀ ਉਹ ਅਖੀਰਲਾ ਜਿਹੜਾ ਸ਼ਾਸਕ ਸੀ ਉਹ ਇੰਨਾ ਸ਼ਕਤੀਸ਼ਾਲੀ ਨਹੀਂ ਸੀ, ਤਾਂ ਉਸਦੇ ਹੀ ਸੈਨਾਪਤੀ ਨੇ, ਜਿਸ ਦਾ ਸੈਨਾ ਉੱਤੇ ਕੰਟਰੋਲ ਸੀ, ਪੁਸ਼ਯਾਮਿਤਰ ਸ਼ੁੰਗ ਨੇ ਉਸ ਦਾ ਕਤਲ ਕਰਕੇ ਮੌਰਿਆ ਵੰਸ਼ ਦਾ ਅੰਤ ਕਰ ਦਿੱਤਾ। ਆ ਦੇਖੋ ਇਹਦੇ ਵਿੱਚ ਪੁਸ਼ਯਾਮਿਤਰ ਲਾਸਟ ਜਿਹੜਾ ਸ਼ਾਸਕ ਸੀਗਾ ਬ੍ਰਿਧਰਥ, ਉਸ ਨੂੰ ਮਾਰ ਰਿਹਾ ਹੈ। ਤਾਂ ਹੁਣ ਆ ਗਿਆ ਸਾਡੇ ਕੋਲੇ ਸ਼ੁੰਗ ਵੰਸ਼, ਹੈ ਨਾ। ਮੌਰਿਆ ਵੰਸ਼ ਤੋਂ ਮਗਰੋਂ ਪੁਸ਼ਯਾਮਿਤਰ ਜਿਹੜਾ ਸ਼ੁੰਗ ਸੀ, ਉਸਨੇ ਇੱਕ ਬ੍ਰਾਹਮਣ ਸੀ, ਇਸ ਨੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ। ਇਹ ਵੀ ਬੇਟਾ ਕਾਫੀ ਇੱਕ ਬਹਾਦਰ ਰਾਜਾ ਸੀ। ਪੁਸ਼ਯਾਮਿਤਰ ਸ਼ੁੰਗ ਨੇ ਸ਼ੁੰਗ ਸਾਮਰਾਜ ਦੀ ਸਥਾਪਨਾ ਕੀਤੀ। ਉਹ ਇੱਕ ਸ਼ਕਤੀਸ਼ਾਲੀ ਰਾਜਾ ਸੀ, ਉਸ ਨੇ ਕਈ ਜਿੱਤਾਂ ਹਾਸਲ ਕੀਤੀਆਂ। ਉਸ ਸਮੇਂ ਯੂਨਾਨੀ ਹਮਲਾਵਰ, ਇਹ ਬੜਾ ਇੰਪੋਰਟੈਂਟ ਹੈ, ਮਿਨਾਂਦਰ ਉਸ ਸਮੇਂ ਭਾਰਤ 'ਤੇ ਹਮਲਾ ਕੀਤਾ। ਯਾਦ ਰੱਖਿਓ, ਮਿਨਾਂਦਰ ਕਦੋਂ ਆਇਆ ਸੀ ਯੂਨਾਨੀ ਹਮਲਾਵਰ? ਪੁਸ਼ਯਾਮਿਤਰ ਸ਼ੁੰਗ ਦੇ ਸਮੇਂ ਉਹ ਭਾਰਤ ਆਇਆ ਸੀ। ਪੁਸ਼ਯਾਮਿਤਰ ਨੇ ਆਪਣੇ ਪੋਤੇ ਵਸ਼ੂਮਿਤਰ ਨੂੰ ਯੂਨਾਨੀਆਂ ਨਾਲ ਲੜਨ ਲਈ ਭੇਜਿਆ। ਇਹਨਾਂ ਨੇ ਸਿੰਧ ਦਰਿਆ ਦੇ ਉੱਤੇ, ਨਦੀ ਦੇ ਉੱਤੇ, ਕੰਢੇ ਦੇ ਉੱਤੇ ਯੁੱਧ ਕੀਤਾ ਅਤੇ ਉਹਨਾਂ ਨੂੰ ਯੂਨਾਨੀਆਂ ਨੂੰ ਹਰਾਇਆ। ਪੁਸ਼ਯਾਮਿਤਰ ਨੇ 2 ਅਸ਼ਵਮੇਧ ਯੱਗ ਕੀਤੇ ਅਤੇ ਸ਼ੁੰਗ ਸਾਮਰਾਜ ਦਾ ਵਿਸਤਾਰ ਕੀਤਾ। ਬੇਟਾ ਉਹ ਅਸ਼ਵਮੇਧ ਯੱਗ ਕਰਕੇ ਇਸ ਨੇ ਸ਼ੁੰਗ ਸਾਮਰਾਜ ਦਾ ਵਿਸਤਾਰ, ਦੇਖੋ ਆ ਜਿਹੜਾ ਔਰੇਂਜ ਕਲਰ ਦਾ ਸਾਰਾ ਸਾਡੇ ਕੋਲ ਦਿਖਾ ਰਿਹਾ ਹੈ, ਇਹ ਸ਼ੁੰਗ ਸਾਮਰਾਜ ਸੀ ਜਿੱਥੇ ਸ਼ੁੰਗ ਵੰਸ਼ ਨੇ ਰਾਜ ਕੀਤਾ। ਫਿਰ ਬੇਟਾ ਉਹੀ ਗੱਲ ਹੈ, ਜਦੋਂ ਇੱਕ ਸਾਮਰਾਜ ਟੌਪ 'ਤੇ ਹੁੰਦਾ ਤਾਂ ਹੌਲੀ ਹੌਲੀ ਡਾਊਨਫਾਲ ਵੀ ਹੋਣਾ। ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਪੁਰੋਹਿਤ ਜਿਹੜਾ ਸੀਗਾ ਸਤੂਪ ਸੀਗਾ, ਉਹ ਕਹਿੰਦੇ ਵੀ ਪੁਸ਼ਯਾਮਿਤਰ ਦੇ ਸਮੇਂ ਬਣਿਆ ਸੀ। ਤਾਂ ਹੁਣ ਵਿਦੇਸ਼ੀਆਂ ਨੇ ਭਾਰਤ ਉੱਤੇ ਕਾਫੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਮੱਧ ਏਸ਼ੀਆ ਤੋਂ ਬਹੁਤ ਸਾਰੇ ਵਿਦੇਸ਼ੀ ਜਿਵੇਂ ਸ਼ਕ, ਪੱਲਵ, ਕੁਸ਼ਾਨ ਆਦਿਆਂ ਨੇ ਭਾਰਤ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਕਾਰਨ ਹੌਲੀ ਹੌਲੀ ਸ਼ੁੰਗ ਵੰਸ਼ ਦਾ ਵੀ ਪਤਨ ਹੋ ਗਿਆ ਅਤੇ ਭਾਰਤ ਵਿੱਚ ਇਹਨਾਂ ਵੰਸ਼ਾਂ ਦਾ, ਸ਼ਕ, ਪੱਲਵ, ਕੁਸ਼ਾਨ ਆਦਿਆਂ ਨੇ ਭਾਰਤ ਦੀ ਸੱਤਾ ਦੇ ਉੱਤੇ ਕਾਬਜ ਹੋ ਗਏ। ਸੋ ਇਸ ਚੈਪਟਰ ਦੇ ਵਿੱਚ ਅਸੀਂ ਦੇਖਿਆ ਵੀ ਕੌਟਲਿਆ ਦੇ ਅਰਥ ਸ਼ਾਸਤਰ ਅਤੇ ਮੈਗਨਸਤੀਸ ਦੀ ਇੰਡੀਕਾ ਪੁਸਤਕ ਤੋਂ ਸਾਨੂੰ ਮੌਰਿਆ ਸਾਮਰਾਜ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਮੱਧ ਪ੍ਰਦੇਸ਼ ਦਾ ਜਿਹੜਾ ਸਾਂਚੀ ਦਾ ਸਪੂਤ ਹੈ ਉਹ ਬਹੁਤ ਵਿਸ਼ਵ ਪ੍ਰਸਿੱਧ ਹੈ। ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਸਾਰੇ ਬੱਚਿਆਂ ਨੇ ਹੀ ਇਹ ਚੈਪਟਰ ਬੜੇ ਧਿਆਨ ਨਾਲ ਸੁਣਿਆ। ਸੋ ਸਾਥ ਬਣਾਈ ਰੱਖਣ ਲਈ ਮੈਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮੱਚ। ਸਾਰੇ ਜਣੇ ਘਰੇ ਰਹੀਓ, ਸੁਰੱਖਿਅਤ ਰਹੀਓ, ਆਪਣਾ ਧਿਆਨ ਰੱਖਿਓ। ਥੈਂਕ ਯੂ ਵੈਰੀ ਮੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।